ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर ਜੁਆਇਨਿੰਗ ਮੀ ਔਰ ਸਟ੍ਰੇਟ ਅਵੇ ਮੈਂ ਤੁਹਾਨੂੰ ਅੱਜ ਦੀ ਗੱਲ ਸ਼ੇਅਰ ਕਰਦੀ ਹਾਂ। ਪਲੀਜ਼ ਜ਼ਰੂਰ ਕਾਲ ਕਰਿਓ, ਆਰਾਮ ਨਾਲ ਚਾਹ ਕੌਫੀ ਲੈ ਕੇ ਤੁਸੀਂ ਬੈਠ ਕੇ ਆਉਣੇ ਹੋ। ਅੱਜ ਆਈ ਨੋ ਸਾਰੇ ਟਿਊਜ਼ਡੇ ਨੂੰ ਐਕਸਪੈਕਟ ਕਰਨ ਲੱਗ ਗਏ ਕਿ ਕੋਈ ਗੈਸਟ ਹੁੰਦੇ ਆ, ਬਟ ਮੈਂ ਕਿਹਾ ਥੋੜ੍ਹਾ ਜਿਹਾ ਗੈਪ ਪਈ ਹੈ। ਆਈ ਰੀਅਲੀ ਹੈਵ ਸੋ ਮੈਨੀ ਈਮੇਲਸ ਕੇਸਿਸ ਆਏ ਹੋਏ ਹੈ, ਸੋ ਉਹਨਾਂ ਨਾਲ ਗੱਲ ਕਰ ਲਈਏ। ਸੋ ਅੱਜ ਜਿਨ੍ਹਾਂ ਦਾ ਨਾਲ ਸਾਡੀ ਗੱਲ ਹੋ ਰਹੀ ਹੈ ਉਹ ਆਪਣੀ ਅਨਫੋਰਚੂਨੇਟਲੀ ਇੱਕ ਸਟੇਟ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਹੈ ਕਿ 9 ਸਾਲ ਹੋਏ ਸੀ ਵਿਆਹ ਨੂੰ ਔਰ 2 ਸਾਲ ਦੇ ਬਾਅਦ ਹੀ ਹਸਬੈਂਡ ਦੀ ਡੈਥ ਹੋ ਗਈ। ਬਹੁਤ ਅੱਛੀ ਪੋਸਟ 'ਤੇ ਸੀਗੇ, ਬਹੁਤ ਅੱਛੀ ਕੰਪਨੀ ਨਾਲ ਸੀਗੇ ਐਂਡ ਇਹ ਉਸ ਵੇਲੇ ਜੋਬ ਨਹੀਂ ਕਰਦੇ ਸੀ, ਪਰ ਉਹਨਾਂ ਦੀ ਜਿਹੜੀ ਡੈਥ ਹੈ ਉਹ ਕੰਮ 'ਤੇ ਹੋਈ। ਕੁਛ ਇਸ ਤਰ੍ਹਾਂ ਕਿ ਬੜੇ ਬਹੁਤ ਐਜੂਕੇਟਿਡ ਅੱਛੀ ਡਿਗਰੀਜ਼ ਦੇ ਨਾਲ ਉਹ ਕੰਪਿਊਟਰ ਇੰਜੀਨੀਅਰ ਸੀਗੇ, ਬਟ ਹੀ ਵਾਜ਼ ਟੂਅਰਿੰਗ। ਸੋ ਜਿਸ ਆਪਣੀ ਕੰਪਨੀ ਦੇ ਕਲਾਇੰਟ ਦੇ ਕੋਲ ਸੀਗੇ ਉੱਥੇ ਕੋਈ ਐਕਸੀਡੈਂਟ ਐਸਾ ਹੋਇਆ ਜਿਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਉੱਥੇ ਹੀ ਔਨ ਦ ਸਪੌਟ। ਸੋ ਬਹੁਤ ਟਰੋਮੈਟਿਕ ਡੈਥ ਹੈ ਕਿ ਯੰਗ ਏਜ ਵਿੱਚ 2 ਸਾਲ ਵਿਆਹ ਨੂੰ ਐਂਡ ਸਡਨਲੀ ਪਤਾ ਲੱਗਿਆ ਕਿ ਉਹ। ਪਰ ਜਿਸ ਤਰ੍ਹਾਂ ਉਹ ਇਸ ਵੇਲੇ ਲੈ ਰਹੇ ਨੇ ਕਿ ਪਲੱਸ ਸਾਈਡ ਇਹ ਸੀ ਕਿ ਬਹੁਤ ਕੰਪਨੀ ਨੇ ਬਹੁਤ ਹੈਲਪ ਕੀਤੀ ਐਂਡ ਹੁਣ ਤੱਕ ਬੜੇ ਅੱਛੇ ਪਰਕਸ ਵਿੱਚ ਉਹਨਾਂ ਨੂੰ ਵਾਈਫ ਨੂੰ ਔਰ ਇਹਨਾਂ ਦੇ 2 ਬੱਚੇ ਹੈ, ਟਵਿਨਸ ਹੈ। ਸੋ ਵਿਦਿਨ 2 years ਸ਼ੀ ਹੈਡ ਟਵਿਨਸ। ਸੋ ਜਦੋਂ ਡੈਥ ਹੋਈ ਹੈ ਤਾਂ ਬੱਚੇ ਬਹੁਤ ਹੀ ਛੋਟੇ ਸੀਗੇ। ਸੋ ਬੜੀ ਇਹਨਾਂ ਨੂੰ ਹਸਬੈਂਡ ਦੀ ਫੈਮਿਲੀ ਵੱਲੋਂ, ਆਪਣੀ ਫੈਮਿਲੀ ਵੱਲੋਂ ਬਹੁਤ ਹੈਲਪ ਮਿਲੀ ਉਸ ਵੇਲੇ। ਬਟ ਨਾਓ ਦੇ ਆਰ ਓਲਡਰ, ਪ੍ਰੋਬਬਲੀ ਦੇ ਆਰ 7 year old ਨਾਓ। ਸੋ ਇੱਕ ਕੁੜੀ ਔਰ ਇੱਕ ਮੁੰਡਾ ਹੈ ਦੋਨੋਂ। ਔਰ ਕਹਿੰਦੇ ਨੇ ਕਿ ਕੰਪਨੀ ਵੱਲੋਂ ਹਾਲੇ ਵੀ ਬਹੁਤ ਹੀ ਅੱਛੇ ਤਰ੍ਹਾਂ ਪੁੱਛਿਆ ਜਾਂਦਾ ਹੈ, ਹਾਲੇ ਵੀ ਉਹਨਾਂ ਨੂੰ ਪਤਾ ਕਰਦੇ ਰਹਿੰਦੇ ਹੈ ਕੰਪਨੀ ਵਾਲੇ ਟੌਪ ਆਫਿਸਰਸ। ਪਰ ਉਸ ਤੋਂ ਜ਼ਿਆਦਾ ਕਿ ਫਾਈਨੈਂਸ਼ੀਅਲ ਹੈਲਪ ਮਿਲੀ ਹੋਈ ਹੈ। ਜੋ ਵੀ ਪਰਕ ਸੀਗੇ, ਜੋ ਸੋਸ਼ਲ ਸਿਕਿਉਰਿਟੀ ਹੈ, ਜੋ ਵੀ ਫਾਈਨੈਂਸ਼ੀਅਲ ਉਹਨਾਂ ਨੂੰ ਬੈਨੀਫਿਟਸ ਮਿਲਣੇ ਸੀ, ਉਹ ਵਾਈਫ ਦੇ ਉਹਦੇ 'ਤੇ ਫੈਮਿਲੀ ਅਤੇ ਬੱਚਿਆਂ ਦੇ ਵਾਸਤੇ ਵੀ ਉਹਨਾਂ ਨੇ ਇੱਕ ਜਿਹੜਾ ਹੈ ਮੰਥਲੀ ਈਅਰਲੀ ਮੰਥਲੀ ਉਹ ਦੇ ਰਹੇ ਨੇ। ਸੋ ਫਾਈਨੈਂਸ਼ੀਅਲੀ ਕਹਿੰਦੇ ਨੇ ਬਿਲਕੁਲ ਸਿਕਿਉਰ ਹੈਗੀਆਂ। ਹੁਣ ਕਿਤੇ ਜਾ ਕੇ ਥੋੜ੍ਹੇ ਬੱਚੇ ਵੱਡੇ ਹੋਏ ਨੇ ਅਤੇ ਇੱਕ ਪਾਰਟ ਟਾਈਮ ਜੋਬ ਕਰ ਰਹੀਆਂ। ਉਹ ਵੀ ਗੱਲਾਂ 'ਚੋਂ ਇਹ ਸਮਝ ਆਈ ਕਿ ਜੇ ਇਹ ਬਹੁਤ ਕੋਈ ਅੱਛੀ ਜੋਬ ਕਰਨ ਲੱਗ ਜਾਂਦੇ ਨੇ ਤਾਂ ਸ਼ਾਇਦ ਉਹ ਵਾਲੇ ਬੈਨੀਫਿਟਸ ਇਹਨਾਂ ਨੂੰ ਘੱਟ ਜਾਣ, ਔਰ ਸੈਕਿੰਡਲੀ ਅਗਰ ਵਿਆਹ ਕਰ ਲੈਂਦੇ ਨੇ ਤਾਂ ਉਹ ਵਾਲੇ ਬੈਨੀਫਿਟਸ ਜਿਹੜੇ ਘੱਟ ਜਾਣਗੇ। ਬਟ ਸ਼ੀ ਸੇਜ਼ ਕਿ ਪਿੱਛੇ ਕੰਮ ਦੇ ਉੱਤੇ ਹੀ ਇੱਕ ਹੋਰ ਕਿਸੇ ਨਾਲ ਮੁਲਾਕਾਤ ਹੋਈ ਜਿਨ੍ਹਾਂ ਨਾਲ ਇਹਨਾਂ ਦਾ ਬਹੁਤ ਅੱਛਾ ਇੱਕ ਅੰਡਰਸਟੈਂਡਿੰਗ ਸ਼ੁਰੂ ਹੋ ਗਈ। ਔਰ ਖ਼ਾਸ ਤੌਰ 'ਤੇ ਇਹ ਕਿ ਹੀ ਰੀਅਲੀ ਅੰਡਰਸਟੈਂਡਸ, ਹੀ ਇਜ਼ ਨਾਟ ਵੈਰੀ ਐਂਬੀਸ਼ੀਅਸ, ਬਹੁਤ ਹੀ ਸਿੰਪਲ ਐਂਡ ਬਹੁਤ ਨਾਈਸ ਪਰਸਨ ਨੇ। ਐਂਡ ਕਹਿੰਦੇ ਬਹੁਤ ਅੱਛਾ ਸਾਥ ਰਿਹਾ। ਬੱਚੇ ਵੀ ਉਹਨਾਂ ਨੂੰ ਬਹੁਤ ਲਾਈਕ ਕਰਦੇ ਨੇ। ਔਰ ਅਸੀਂ ਪਿਛਲੇ ਸਾਲ ਬਿਲਕੁਲ ਇੰਝ ਲੱਗ ਰਿਹਾ ਸੀ ਕਿ ਠੀਕ ਹੈ, ਇੱਕ ਤਰ੍ਹਾਂ ਨਾਲ ਉਹਨਾਂ ਨੇ not very formal but in a way propose ਕਰਤਾ ਸੀ ਕਿ we should get married. He says ਕਿ ਮੈਂ ਕਾਫੀ ਇਸ ਬਾਰੇ ਸੋਚਣ ਲੱਗ ਗਈ, ਪਰ ਕੋਵਿਡ ਦੇ ਵੇਲੇ ਲੋਕਡਾਊਨ ਦੇ ਟਾਈਮ 'ਤੇ ਇੰਝ ਲੱਗਿਆ ਕਿ ਹੋਰ ਕੋਈ ਹੈ ਹੀ ਨਹੀਂ ਸਾਡਾ, ਮਤਲਬ ਇੱਕ ਦੂਜੇ ਵਾਸਤੇ ਅਸੀਂ ਹੈਗੇ ਹਾਂ, ਬਟ ਕੋਈ ਜਿਵੇਂ ਇੰਨਾ ਟਾਈਮ ਜਦੋਂ ਬਾਹਰ ਦੌੜ ਭੱਜ ਤੋਂ ਵੇਲ ਮਿਲੀ। ਸੋ ਇਹੀ ਲੱਗ ਰਿਹਾ ਸੀ ਕਿ ਇਟਸ ਅ ਗੁੱਡ ਪਾਰਟਨਰਸ਼ਿਪ, ਕਾਫੀ ਅੱਛੀ ਸਾਡੀ ਆਪਸ 'ਚ ਹੈਗੀ ਹੈ। ਬਟ ਸਮਹਾਓ ਕਿਉਂਕਿ ਸੋਚਣ ਦਾ ਬਹੁਤ ਟਾਈਮ ਮਿਲਿਆ, ਮੈਂ ਇਸ ਵੇਲੇ ਬਹੁਤ ਕਨਫਿਊਜ਼ਡ ਹਾਂ। ਮੈਨੂੰ ਇੰਝ ਲੱਗਦਾ ਹੈ ਕਿ ਸਾਡਾ ਜੋ ਵੀ ਚੱਲ ਰਿਹਾ ਬਹੁਤ ਅੱਛਾ ਚੱਲ ਰਿਹਾ, ਕਿਉਂਕਿ ਇੱਕ ਪਰਿਵਾਰ ਇਕੱਠੇ ਹੋ ਸਕਦਾ, ਅਸੀਂ ਆਫਨ ਮਿਲਦੇ ਹਾਂ। ਔਰ ਇਹ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਜੋ ਦੱਸ ਰਹੇ ਨੇ ਕਿ ਹੀ ਇਜ਼ ਅ ਵੈਰੀ ਨਾਈਸ ਪਰਸਨ। ਆਪਣੀ ਫੈਮਿਲੀ ਹੈ ਜਿਹੜੀ ਉਹਨਾਂ ਦੀ ਇੰਡੀਆ ਹੈਗੀ ਹੈ, ਇੰਡੀਅਨ ਨੇ ਬਟ ਅਫਕੋਰਸ ਪੰਜਾਬੀ ਨਹੀਂ ਨੇ, ਪਰ ਬਹੁਤ ਹੀ ਡੀਸੈਂਟ, ਬਹੁਤ ਰਿਸਪੈਕਟ ਕਰਦੇ ਨੇ, ਬਹੁਤ ਪਿਆਰ ਕਰਦੇ ਨੇ ਮੈਨੂੰ। ਓਵਰਆਲ ਸਾਰਾ ਕੁਝ ਅੱਛਾ ਲੱਗ ਰਿਹਾ। ਬਟ ਇਸ ਵੇਲੇ ਮੈਂ ਬਹੁਤ ਕਨਫਿਊਜ਼ਡ ਹਾਂ ਕਿਉਂਕਿ ਮੈਨੂੰ ਇੰਝ ਲੱਗਦਾ ਹੈ ਕਿ ਮੇਰੀ ਜਿਹੜੀ ਸਾਰੀ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਉਹ ਹਿਲ ਜਾਏਗੀ ਅਗਰ ਮੈਂ ਕੋਈ ਡਿਸੀਜਨ ਲੈਂਦੀ ਹਾਂ ਵਿਆਹ ਦਾ, ਜਿਹੜਾ ਕਿ
ਤੇ ਮੇਰੀ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਜਿਹੜੀ ਉਹ ਹਿਲ ਜਾਏਗੀ ਔਰ ਆਈ ਵਿਲ ਬੀ ਆਲਵੇਜ਼ ਕਿ ਮੈਂ ਹੋਰ ਜ਼ਿਆਦਾ ਜੌਬ ਕਰਨੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਹੁਣ ਜਿਹੜੇ ਫਰੈਂਡ ਨੇ ਉਹਨਾਂ ਦੀ ਵੀ ਜੌਬ ਮਿਲਾ ਕੇ ਵੀ ਕੋਈ ਇੰਨਾ ਜ਼ਿਆਦਾ ਨਹੀਂ ਬਣੇਗਾ ਜਿੰਨਾ ਮੈਨੂੰ ਹੁਣੇ ਹਸਬੈਂਡ ਤੇ ਐਕਸ ਆਪਣਾ ਉਹਨਾਂ ਤੋਂ ਮਿਲ ਰਿਹਾ। ਸੋ ਸ਼ੀ ਸੇਜ਼ ਮੇਰੀ ਫਾਈਨੈਂਸ਼ੀਅਲ ਸਿਕਿਉਰਿਟੀ ਮੈਂ ਘਰ ਲੈ ਚੁੱਕੀ ਹਾਂ ਇੰਨੇ ਸਾਲਾਂ ਦੇ ਵਿੱਚ, ਮੇਰੇ ਕੋਲ ਸਭ ਕੁਝ ਬੜਾ ਸੈਟਲਡ ਸਭ ਕੁਝ ਹੈਗਾ ਹੈ ਐਂਡ ਇਹ ਵੀ ਗਰੰਟੀ ਹੈ ਕੰਪਨੀ ਵੱਲੋਂ ਕਿ ਦੇ ਵਿਲ ਕੀਪ ਗਿਵਿੰਗ ਮੀ ਦਿਸ until the kids are really kids ਦੇ ਨਾਮ ਤੇ ਵੀ ਉਹ ਤਾਂ ਟੋਟਲ ਜਿਹੜਾ ਕਾਫੀ ਅੱਛਾ ਅਮਾਊਂਟ ਮਿਲਦਾ ਹੈ। ਸੋ that might be a problem ਕਿ ਫਾਈਨੈਂਸ਼ੀਅਲ ਸਿਕਿਉਰਿਟੀ ਹਿਲ ਜਾਏਗੀ। ਦੂਸਰੇ ਪਾਸੇ ਲੱਗਦਾ ਹੈ ਕਿ ਕੀ ਫਾਈਨੈਂਸ਼ੀਅਲ ਸਿਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੈ ਕਿ ਮੇਰਾ ਇੱਕ ਪਾਰਟਨਰ ਹੋਣਾ ਉਹ ਜ਼ਿਆਦਾ ਇੰਪੋਰਟੈਂਟ ਹੈ ਐਂਡ ਬਹੁਤ ਸਾਰੀਆਂ ਚੀਜ਼ਾਂ ਮਨ ਵਿੱਚ ਚਲੀ ਜਾ ਰਹੀਆਂ ਨੇ ਕਿਉਂਕਿ ਸੋਸ਼ਲੀ ਮੈਂ ਇਸ ਪੀਰੀਅਡ ਤੋਂ ਪਹਿਲੇ ਇਸ ਸਾਲ ਤੋਂ ਪਹਿਲੇ 19 ਦੇ ਵਿੱਚ ਜਦੋਂ ਵੀ ਅਸੀਂ ਸੋਸ਼ਲਾਈਜ਼ ਕਰਦੇ ਸੀ ਤਾਂ ਇੱਕ ਲੱਗਦਾ ਸੀ ਕਿ ਜਿਵੇਂ ਸਿੰਗਲ ਮੌਮ 2 ਬੱਚੇ ਸਾਰੇ ਜਿਹੜੇ ਸੋਸ਼ਲ ਸਰਕਲ ਦੇ ਵਿੱਚ ਨਾ ਇੱਕ ਅਲੱਗ ਜਿਹਾ ਹੋ ਗਿਆ ਸੀ ਕਿ ਹਾਂ ਅਗਰ ਉਹ ਹੈ ਤਾਂ ਜਾਂ ਤਾਂ ਸਿੰਪੈਥੈਟਿਕ ਲੁੱਕ ਹੈ, ਇੱਕ ਇਕੁਅਲ ਪਾਰਟਨਰਸ਼ਿਪ ਨਾਲ ਕੋਈ ਸੋਸ਼ਲੀ ਨਹੀਂ ਬੁਲਾ ਰਹੇ ਸੀ ਉਸ ਤਰ੍ਹਾਂ ਦਾ। ਵਿਮਨ ਮੈਨ ਥੋੜ੍ਹਾ ਡਿਫਰੈਂਟ ਨਜ਼ਰਾਂ ਨਾਲ ਦੇਖਦੇ ਹੈ ਸੋ ਉਹ ਮੈਂ ਮਹਿਸੂਸ ਕੀਤਾ ਸੀ। ਸੋ ਉਹਦੇ ਕਰਕੇ ਲੱਗਦਾ ਕਿ ਨਹੀਂ ਹਸਬੈਂਡ ਹੋਣਾ ਚਾਹੀਦਾ ਹੈ ਲਾਈਫ ਇੱਕ ਨੋਰਮਲ ਬੱਚੇ ਹਸਬੈਂਡ ਵਾਈਫ। ਪਰ ਦੂਸਰੇ ਪਾਸੇ ਲੱਗਦਾ ਹੈ ਕਿ ਸੋਸਾਇਟੀ ਬਾਰੇ ਸੋਚ ਕੇ ਇਹ ਡਿਸੀਜਨ ਲਾਂ ਕਿ ਜਿਸ ਤਰ੍ਹਾਂ ਚੱਲ ਰਿਹਾ ਉਹ ਚੱਲਦਾ ਹੀ ਰਿਹਾ ਇਟਸ ਓਕੇ। ਅਮਰੀਕਾ 'ਚ ਹੈਗੇ ਹਾਂ ਬੱਚਿਆਂ ਨੂੰ ਮੈਂ ਜ਼ਰੂਰ ਜੋ ਹੈਗਾ ਐਗਜ਼ੈਕਟਲੀ ਇੰਜ ਜਿਵੇਂ ਜਿਵੇਂ ਉਹ ਗਰੋ ਅਪ ਹੋ ਰਹੇ ਹੈ ਮੈਂ ਉਹਨਾਂ ਨਾਲ ਓਨੈਸਟ ਰਹਾਂਗੀ ਕਿ ਰਿਲੇਸ਼ਨਸ਼ਿਪ ਹੈਗਾ ਹੈ। ਸੋ ਇਨ ਅ ਵੇ ਟੂ ਬੀ ਕਲੀਅਰਰ ਸ਼ੀ ਇਜ਼ ਆਸਕਿੰਗ ਕਿ ਮੈਂ ਲਿਵ ਇਨ ਰਿਲੇਸ਼ਨਸ਼ਿਪ ਹੀ ਕਰਦੀ ਰਹਾਂ, ਵਿਆਹ ਕਰਾਵਾਂ ਅਤੇ ਆਪਣੇ ਫਾਈਨੈਂਸ਼ੀਅਲ ਜਿਹੜੀ ਸਿਕਿਉਰਿਟੀ ਹੈ ਉਹਨੂੰ ਗਿਵ ਅਪ ਹੋ ਜਾਏਗਾ ਇੱਕ ਤਰ੍ਹਾਂ ਨਾਲ, ਜਾਂ ਫਿਰ ਜਿਸ ਤਰ੍ਹਾਂ ਚੱਲ ਰਿਹਾ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਵੀ ਹੈ ਉਹਦੇ ਨਾਲ ਔਰ ਇਹ ਪਾਰਟਨਰਸ਼ਿਪ ਵੀ ਹੈ। ਕਹਿੰਦੇ ਮੈਂ ਇਹ ਸ਼ੇਅਰ ਆਪਣੇ ਇਸ ਨਾਲ ਹਾਲੇ ਨਹੀਂ ਕੀਤਾ ਬਟ ਮੈਨੂੰ ਇਹ ਲਈ ਧਿਆਨ ਜ਼ਰੂਰ ਆ ਰਹੀ ਹੈ। ਮੈਂ ਜ਼ਿਕਰ ਕੀਤਾ ਉਹਨਾਂ ਨਾਲ ਕਿ ਮੈਨੂੰ ਇੰਝ ਲੱਗਦਾ ਹੈ ਕਿ ਮੇਰੀ ਫਾਈਨੈਂਸ਼ਲੀ ਪੋਜੀਸ਼ਨ ਉਹ ਹੋ ਜਾਏਗੀ ਬਟ ਅਫਕੋਰਸ ਉਹਨਾਂ ਨੂੰ ਬੈਡ ਫੀਲ ਕਰਾਉਣ ਦੇ ਸਟਾਈਲ ਨਾਲ ਨਹੀਂ ਬਟ ਜਸਟ ਸ਼ੇਅਰ ਜ਼ਰੂਰ ਕੀਤਾ ਹੈ ਕਿ ਮੇਰੇ ਕੋਲ ਇੰਨਾ ਕੁਛ ਇਸ ਵੇਲੇ ਆ ਰਿਹਾ ਹੈ, ਮੇਰੇ ਬੱਚੇ ਆਰਾਮ ਨਾਲ ਪਲ ਜਾਣਗੇ ਉਹਦੇ ਵਿੱਚ। ਸੋ ਬਟ ਮੈਂ ਮਨੋ ਮਨ ਜ਼ਰੂਰ ਸੋਚ ਰਹੀ ਹਾਂ ਕਿ ਇੱਕ ਉਸ ਤਰ੍ਹਾਂ ਦਾ ਹੈਸਲ ਕਿ ਮੈਰਿਜ ਕਰਾਓ ਫਿਰ ਸਾਰਾ ਕੁਛ ਅੱਧਾ ਹੋਏਗਾ, ਜਿਹੜੀ ਮੇਰੀ ਲਾਸਟ ਹਸਬੈਂਡ ਤੋਂ ਜੋ ਮਿਲ ਰਿਹਾ ਉਹ ਖ਼ਤਮ ਹੋ ਜਾਏਗਾ ਐਂਡ ਫਿਰ ਤੁਸੀਂ ਮੇਰਾ ਘਰ ਹੈ ਸਭ ਕੁਛ ਹੈ ਉਹ ਸਾਰਾ ਕੁਛ ਇਟਸ ਹਾਫ ਰਾਦਰ ਦੈਨ ਕਿ ਮੈਂ ਸਭ ਠੀਕ ਹੈ ਇਟਸ ਨਿਊ ਵਰਲਡ। ਬੱਚਿਆਂ ਨੂੰ ਵੀ ਦੱਸਾਂਗੀ ਪਾਰਟਨਰ ਹੈ ਐਂਡ ਜਦੋਂ ਦਿਲ ਕਰਦਾ ਇਕੱਠੇ ਰਹੋ, ਜਦੋਂ ਨਹੀਂ ਕਰਦਾ ਉਹ ਇੰਡੀਆ ਬਹੁਤ ਵਿਜ਼ਿਟ ਕਰਨ ਜਾਂਦੇ ਹੈ ਕਿਉਂਕਿ ਉਹ ਆਪਣੇ ਇੰਡੀਆ ਦੇ ਵਿੱਚ ਉਹਨਾਂ ਦੇ ਪੇਰੈਂਟਸ ਹੈ ਉਹਨਾਂ ਦਾ ਬਹੁਤ ਧਿਆਨ ਰੱਖਦੇ ਹੈ। ਸੋ ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੋਏਗਾ, ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਏਗਾ। ਮਤਲਬ ਅਸੀਂ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਇੱਕ ਦੂਜੇ ਦੇ ਉੱਤੇ ਉਹ ਵੀ ਨਹੀਂ ਕਰਾਂਗੇ ਕਿ ਹਾਂ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਉਹ ਕਿਉਂ ਨਹੀਂ ਕਰ ਰਹੇ ਐਂਡ ਦੈਨ ਵਿਲ ਬੀ ਪਾਰਟਨਰਸ ਆਲਸੋ। ਸੋ ਇਹ ਤੁਹਾਡੇ ਅੱਗੇ ਸਵਾਲ ਅੱਜ ਕਰ ਰਹੇ ਨੇ ਕਿ ਕਨਫਿਊਜ਼ ਹੈਗੀਆਂ 3-4 ਆਪਸ਼ਨਸ ਹੈਗੀਆਂ ਪਰ ਉਹਦੇ ਵਿੱਚੋਂ ਇਜ਼ ਇਟ ਓਕੇ ਕਿ ਮੈਂ ਲੇਟਰ ਸਟੇਜ ਦੇ ਵਿੱਚ ਸੋਚਾਂਗੀ ਕਿ ਮੈਨੂੰ ਹਸਬੈਂਡ ਔਰ ਫੈਮਿਲੀ ਔਰ ਇਹ ਸਭ ਕੁਝ ਬੈਟਰ ਹੈ ਕਿ ਇਟਸ ਓਕੇ ਹੂ ਨੋਜ਼ ਵਾਈ ਦੁਨੀਆ ਨੂੰ ਜਾਣਨ ਦੀ ਕੀ ਲੋੜ ਹੈ। ਕਿਹੜਾ ਕੋਈ ਮੇਰੇ ਘਰ ਆ ਕੇ ਕਿਸੇ ਨੇ ਪਹਿਲੇ ਕੁਝ ਸਵਾਰਿਆ ਸੀ ਕਿ ਬਈ ਮੈਨੂੰ ਇਹ ਠੀਕ ਲੱਗ ਰਿਹਾ ਹੈ ਕਿ ਮੈਂ ਪਾਰਟਨਰ ਹੈਗੇ ਹਾਂ ਔਰ ਫਾਈਨੈਂਸ਼ਲੀ ਵੀ ਸਿਕਿਉਰ ਹੈ। ਅਗਰ ਸਾਨੂੰ ਦੋਨਾਂ ਨੂੰ ਠੀਕ ਹੈ, ਮੇਰੇ ਬੱਚਿਆਂ ਨੂੰ ਮੈਂ ਸੱਚ ਬੋਲ ਕੇ ਸਭ ਕੁਝ ਠੀਕ ਹੈ ਦੈਨ ਸ਼ੁਡ ਆਈ ਰੀਅਲੀ ਕੇਅਰ। ਇਹੀ ਸਵਾਲ ਹੈ। ਪਲੀਜ਼ ਜ਼ਰੂਰ ਸੋਚ ਕੇ ਆਰਾਮ ਨਾਲ ਕਾਲ ਜ਼ਰੂਰ ਕਰੋ। ਇੰਜ ਕਰਦੀ ਹਾਂ ਕੁਛ ਸੋਚਣ ਦਾ ਤੁਹਾਨੂੰ ਟਾਈਮ ਦਿੰਦੀ ਹਾਂ, ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਸਾਰੇ ਇਹਨਾਂ ਨੂੰ ਕੀ ਕਹਿ ਰਹੇ ਨੇ। ਪਹਿਲੇ ਇਹਨਾਂ ਦੀ ਕਾਲ ਲੈਂਦੇ ਹਾਂ, ਇਹ ਕੀ ਕਹਿ ਰਹੇ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੀ। ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ ਅੱਜ। ਬੜਾ ਇੰਟਰਸਟਿੰਗ ਸਵਾਲ ਹੈਗਾ। ਮੈਂ ਸੋਚ ਰਹੀ ਸੀ ਮੈਂ ਕੰਪੇਅਰ ਕਰਾਂਗੀ। ਮੇਰੀ ਮਤਲਬ ਮੈਂ ਕਿਸੇ ਨੂੰ ਜਾਣਦੀ ਹਾਂ ਫਰੈਂਡ ਤੇ
ਮੈਂ ਦੋ ਸਵਾਲ ਇਹਨਾਂ ਨੂੰ ਪੁੱਛਣਾ ਤੁਹਾਨੂੰ ਪੁੱਛੀ। ਇੱਕ ਤਾਂ ਕਿੰਨੇ ਸਾਲ ਤੋਂ ਇਹ ਭਾਈ ਨਾਲ ਏਦਾਂ ਹੈਗੇ ਆ, ਫਰੈਂਡਸ਼ਿਪ ਹੈਗੀ ਆ ਜਾਂ ਰਿਲੇਸ਼ਨਸ਼ਿਪ ਹੈਗੀ ਆ? I think she knows him for last 3 years. 3 years, okay। ਤੇ ਉਮਰ ਇਹਨਾਂ ਦੀ 20s 30s ਯੰਗ ਹੈਗੇ ਆ ਜਾਂ too young Yeah, ਹੈਗੇ ਆ? early 30s, yeah, ਹਾਂਜੀ। ਤੇ ਇਹਨੂੰ ਕੰਪੇਅਰ ਕਰ ਸਕਦੀ ਹਾਂ ਕਈ ਲੇਡੀਜ਼ ਹੁਣ। I know it's a different thing, but ਕਿੰਨਾ ਇੰਪੋਰਟੈਂਟ ਇਹਨਾਂ ਨੂੰ ਮੈਰਿਜ ਹੈਗੀ ਆ? ਹੁਣ ਮੈਂ ਕਿਸੇ ਨੂੰ ਜਾਣਦੀ ਆ ਪਰ she is older, she is above 50, 50 ਸਾਲ ਤੋਂ ਉੱਪਰ ਆ, ਪਰ ਉਹ 4 ਸਾਲ ਤੋਂ ਉਹਨਾਂ ਦਾ ਕੋਈ ਬॉयਫ੍ਰੈਂਡ ਹੈਗਾ ਜੀ। ਤੇ ਉਹ eventually ਉਹ ਹੋਪ ਕਰ ਰਹੀ ਹੈ ਵੀ 2 ਸਾਲ ਤੱਕ ਉਹ ਮੈਰਿਜ ਪ੍ਰਪੋਜ਼ ਕਰੇਗਾ, ਇੰਟਰਸਟਡ ਹੈਗਾ। ਓਕੇ। ਪਰ ਇੱਕ ਹੁੰਦਾ ਕਈ ਵਾਰੀ ਨਾ ਐਲਮੋਨੀ ਡਿਵੋਰਸ ਦਾ ਤੁਸੀਂ ਕੇਸ ਲੈ ਲਓ, ਉਹ ਕਈ ਵਾਰੀ ਜੇ ਰੀਮੈਰੀ ਕਰੇਗੀ ਉਹਦੀ ਐਲਮੋਨੀ ਪੂਰੀ ਖਤਮ ਹੋ ਜਾਂਦੀ ਹੈ। That's what she's saying, ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਨਾ ਕਿ ਉਹ ਖਤਮ ਹੋ ਜਾਏਗੀ ਜੀ। ਰਾਈਟ, ਆਲ ਦੈਟ। ਸੋ ਉਹ ਬਸ ਬੜਾ ਮਤਲਬ ਜਿੱਦਾਂ ਪ੍ਰੋਜ਼ ਐਂਡ ਕਾਨਸ ਕਿੰਨਾ ਇੰਪੋਰਟੈਂਟ ਹੈ। ਇਹਨਾਂ ਦੇ ਹੁਣ ਬੱਚੇ ਵੀ ਛੋਟੇ ਆ, ਠੀਕ ਆ, ਫਾਈਨੈਂਸ਼ੀਅਲ ਸਿਕਿਉਰਿਟੀ ਬਹੁਤ ਸੋਹਣੀ ਹੁਣ ਕਿੰਨੀ ਚੱਲ ਰਹੀ ਹੈ ਕਿੰਨੇ ਸਾਲ ਤੋਂ, ਪਰ ਇਨ ਦਾ ਲੌਂਗ ਰਨ ਹੁਣ 10-15 ਸਾਲ ਚ you know does she want a husband? ਉਹਨੂੰ ਮੈਰਿਜ ਚਾਹੀਦੀ ਆ, ਉਹ ਕਿੰਨੀ ਕਿ ਇੰਪੋਰਟੈਂਟ ਪ੍ਰਾਇੋਰਟੀ ਹੈ। ਠੀਕ ਹੈ ਜਸਪ੍ਰੀਤ, ਲੈਟਸ ਸੀ ਸਾਰੇ ਕੀ ਕਹਿੰਦੇ ਆ ਔਰ ਕਿਉਂਕਿ ਆਫ ਕੋਰਸ ਥੈਂਕ ਯੂ ਸੋ ਮਚ। ਲੈਟਸ ਸੀ, ਸਹੀ ਕਹਿ ਰਹੇ ਹੋ, ਮੈਰਿਜ ਉਹਨਾਂ ਵਾਸਤੇ ਕਿੰਨੀ ਇੰਪੋਰਟੈਂਟ ਹੈ ਇਹ ਦੇਖ ਰਹੇ ਹਾਂ। ਸੋ ਐਗਜ਼ੈਕਟਲੀ ਆਈ ਥਿੰਕ ਕੁਐਸਚਨ ਹੀ ਉਹਨਾਂ ਦਾ ਇਹ ਹੈ। ਸੋ ਲੈਟ ਮੀ ਸੀ ਬਾਕੀ ਸਾਰੇ ਕੀ ਕਹਿੰਦੇ ਨੇ, ਇੱਕ ਸੋਸ਼ਲ ਪੁਆਇੰਟ ਆਫ ਵਿਊ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ, ਕੀ ਕਹਿ ਰਹੇ ਹੋ? ਵੈਰੀ ਇੰਟਰਸਟਿੰਗ ਕੁਐਸਚਨ ਅਰਵਿੰਦ ਜੀ। ਮੈਂ ਸੋਚ ਰਹੀ ਹਾਂ ਕਿ ਠੀਕ ਹੈ, ਉਸਦੀ ਉਮਰ ਦੇਖਦਿਆਂ ਹੋਇਆਂ ਔਰ ਬਾਕੀ ਚੀਜ਼ਾਂ ਦੇਖਦਿਆਂ ਹੋਇਆਂ ਸ਼ਾਇਦ ਉਹਨੂੰ ਖਿਆਲ ਆਉਂਦਾ ਹੋਵੇ ਕਿ ਮੇਰਾ ਪਾਰਟਨਰ ਹੋਣਾ ਚਾਹੀਦਾ ਜੀ, ਇਹ 'ਚ ਕੋਈ ਸ਼ੱਕ ਨਹੀਂ। ਪਰ ਜੋ ਉਹਨਾਂ ਦੇ ਇਸ ਵਕਤ ਹਾਲਾਤ ਨੇ, ਮੈਂ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਜ਼ਿਆਦਾ ਮਹੱਤਵ ਦੇਵਾਂਗੀ ਬਜਾਏ ਆਦਮੀ ਦੇ। ਓਕੇ, ਕਿਉਂਕਿ ਉਹ ਬਹੁਤ, ਇਹ ਮੇਰੇ ਵਿਚਾਰ ਨੇ, ਬਾਕੀ ਤੁਹਾਨੂੰ ਬੜੇ ਵਿਚਾਰ ਮਿਲਣਗੇ ਜੀ। ਬਿਲਕੁਲ ਬਿਲਕੁਲ ਬਿਲਕੁਲ। ਮੇਰੇ ਵਿਚਾਰ 'ਚ ਔਰਤ ਕੋਲੋਂ ਅਗਰ ਘਰ ਹੈ, ਫਾਈਨੈਂਸ਼ੀਅਲੀ ਸਾਊਂਡ ਹੈ ਔਰ ਉਹਨੂੰ ਅਜੇ ਕਾਫੀ, ਜਿੰਨੇ ਦੇਰ ਬੱਚੇ ਮੇਰੇ ਖਿਆਲ 18 ਸਾਲ ਦੇ ਨਹੀਂ ਹੋ ਜਾਂਦੇ ਤਾਂ ਤੱਕ ਬਿਲਕੁਲ ਉਹਨੂੰ ਫੁੱਲੀ ਕੰਪਨਸੇਸ਼ਨ ਮਿਲੇਗੀ ਸ਼ਾਇਦ ਜੀ। ਉਸਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਨਹੀਂ ਹੈ। ਸ਼ੀ ਕੈਨ ਹੈਵ ਅ ਫਰੈਂਡਸ਼ਿਪ, ਉਹ 'ਚ ਕੋਈ ਸ਼ੱਕ ਨਹੀਂ ਹੈ, ਕਰ ਸਕਦੀ ਹੈ। ਇਸ ਮੁਲਕ 'ਚ ਰਹਿੰਦੀ ਹੈ, ਫਰੈਂਡਸ਼ਿਪ ਕਰ ਸਕਦੀ ਹੈ। ਪਰ ਮੈਂ ਵੈਸੇ ਰਿਲੇਸ਼ਨਸ਼ਿਪ ਦੇ ਵਿੱਚ ਤੇ ਹਾਮੀ ਨਹੀਂ ਭਰਦੀ ਕਿ ਦੈਟਸ ਨਾਟ ਰਾਈਟ। ਤੇ ਅਗਰ ਕੋਈ ਐਸਾ ਅੱਛਾ ਸਿੰਸੀਅਰ ਫਰੈਂਡ ਮਿਲਦਾ ਕਿ ਠੀਕ ਹੈ, ਤੇ ਲੋਕਾਂ ਦੇ ਹੁੰਦੇ ਨੇ, ਕੋਈ ਗੱਲ ਨਹੀਂ ਹੈ। ਲੇਕਿਨ ਮੈਂ ਇਹ ਉਹਦੇ ਤੇ ਡਿਪੈਂਡ ਕਰਦਾ ਕਿ ਉਹ ਸ਼ਾਦੀ ਵਾਸਤੇ ਕਿੰਨੀ ਇੱਛੁਕ ਹੈ। ਸ਼ਾਦੀ ਕਰੇਗੇ ਸਾਰੇ ਉਹਦੇ ਬੈਨੀਫਿਟ ਖਤਮ ਹੋ ਜਾਣੇ ਨੇ। ਬਿਲਕੁਲ ਜੀ ਜੀ ਜੀ। ਔਰ ਫਿਰ ਉਹ ਇੱਕ ਟਾਈਮ ਆਏਗਾ ਕਿ ਜਿਸ ਵੇਲੇ ਉਹ ਕੰਪੇਅਰ ਕਰੇਗੇ ਕਿ ਮੇਰਾ ਪੈਸਾ ਅੱਛਾ ਠੀਕ ਸੀਗਾ ਜਾਂ ਇਹ ਆਦਮੀ ਅੱਛਾ ਹੈ, ਉਹ ਥੋੜਾ ਜਿਹਾ ਗਿਲਟ ਮਹਿਸੂਸ ਕਰੇਗੀ, ਮੇਰੇ ਖਿਆਲ ਪਛਤਾਏਗੀ। ਅੱਛਾ। ਪਰ ਇਹ ਹਾਂ, ਉਹ ਸੁਣ ਰਹੇ ਨੇ, ਜਿਹੜੀ ਉਹਨਾਂ ਨੂੰ ਚੀਜ਼ ਪਸੰਦ ਹੋਏਗੀ ਉਹ ਕਰਨਗੇ। ਪਰ ਸ਼ਾਦੀ ਇਜ਼ ਨਾਟ ਦੈਟ ਇੰਪੋਰਟੈਂਟ ਅਰਵਿੰਦ ਜੀ। ਉਹਨਾਂ ਦਾ ਟਾਈਮ ਬੜਾ ਸੋਹਣਾ ਬੀਤ ਜਾਏਗਾ, ਬੱਚਿਆਂ ਨੂੰ ਰੇਜ਼ ਕਰਨ, ਪੈਸਾ ਹੈ, ਕੋਈ ਕਮੀ ਨਹੀਂ ਹੈ। ਆਪਣੀ ਐਕਟੀਵਿਟੀਜ਼ ਜਿਹੜੀਆਂ ਨੇ ਦੂਸਰੇ ਪਾਸੇ ਧਿਆਨ ਲਗਾਉਣ, ਕਿਸੇ ਵਾਲੰਟੀਅਰ ਕਰਨ, ਹੋਰ ਕੁਝ ਕਰਨ, ਕਿਉਂਕਿ ਪੈਸੇ ਦੀ ਤੇ ਕਮੀ ਕੋਈ ਨਹੀਂ ਹੈ ਜੀ। ਤੇ ਉਸ ਪਾਸੇ ਧਿਆਨ ਨਾ ਰੱਖਣ ਔਰ ਰਿਲੇਸ਼ਨਸ਼ਿਪ 'ਚ ਹੀ ਨਾ ਰਹਿਣ, ਕਿਉਂਕਿ ਫਿਜ਼ੀਕਲ ਹੋਣਾ ਔਰ ਫਰੈਂਡਸ਼ਿਪ ਕਰਨੀ ਦੋ ਡਿਫਰੈਂਟ ਚੀਜ਼ਾਂ ਨੇ। ਬਿਲਕੁਲ। ਅਗਰ ਆਦਮੀ ਸਿੰਸੀਅਰ ਹੈ ਤੇ ਉਹ ਚਲਾ ਸਕਦਾ, ਤੇ ਅਗਰ ਉਹ ਫਿਜ਼ੀਕਲੀ ਹੋਣਾ ਚਾਹੁੰਦਾ ਤੇ ਫਿਰ ਦੈਨ ਹੀ ਇਜ਼ ਨਾਟ ਸਿੰਸੀਅਰ। ਬਟ ਇਹਦੇ ਵਿੱਚ ਆਈ ਥਿੰਕ ਸੁਦਰਸ਼ਨ ਜੀ, ਆਈ ਨੋ ਕਿ ਜਨਰੇਸ਼ਨਲ ਅਸੀਂ ਉਸ ਤਰ੍ਹਾਂ ਸੋਚਣ ਦੀ, ਪਰ ਉਹ ਕਲੀਅਰਲੀ ਫਿਜ਼ੀਕਲ, ਹਾਂਜੀ, ਫਿਜ਼ੀਕਲ ਹੋਣ ਦੇ ਵਾਸਤੇ ਕਹਿ ਰਹੇ ਕਿਉਂਕਿ ਹਾਂ, ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਐਜ਼ ਅ ਪਾਰਟਨਰ ਰਹਿਣਾ ਮਤਲਬ ਫਿਜ਼ੀਕਲ ਹੋਣਾ ਵੀ ਇਨਕਲੂਡਿੰਗ ਹੈ ਉਹਦੇ ਵਿੱਚ। ਸੋ ਦੈਟਸ ਵਾਟ ਹਰ ਕੁਐਸਚਨ ਇਜ਼ ਕਿ ਬਈ ਮੈਂ ਕਹਿ ਰਹੀ ਹਾਂ ਨਾ ਜੀ, ਮੇਰੇ ਖਿਆਲ ਦੇ ਵਿੱਚ ਉਹ ਚੀਜ਼ ਗਲਤ ਹੈ। ਅੱਗੋਂ ਉਹਨਾਂ ਦੀ ਮਰਜ਼ੀ ਹੈ, ਤੇ ਅਗਰ ਉਹ ਆਪਣੇ ਆਪ ਤੇ ਉਹਨਾਂ ਨੇ ਇਤਨਾ ਸੰਯਮ ਹੈ ਔਰ ਆਪਣਾ ਟਾਈਮ ਇਸ ਤਰ੍ਹਾਂ ਅੱਛਾ ਬਿਤਾ ਸਕਦੇ ਨੇ। ਪੈਸਾ ਇਜ਼ ਵੈਰੀ ਇੰਪੋਰਟੈਂਟ। ਜੋ ਮੈਂ ਦੇਖਿਆ, ਜੋ ਮੇਰਾ ਐਕਸਪੀਰੀਅੰਸ ਹੈ, ਉਹ ਬਹੁਤ ਜ਼ਰੂਰੀ ਹੈ।
बहुत वधिया, थैंक यू सो मच सुदर्शन जी, रियली एप्रीशिएट कि बड़ा क्लीयरली सुदर्शन जी ने अपनी ਜਿਹੜੀ ਯੂ نو ਉਹ ਪੁਆਇੰਟ ਆਫ ਵਿਊ ਹੈਗਾ ਇਹਦੇ 'ਚ ਉਹ ਬੜਾ ਕਲੀਅਰਲੀ ਦੱਸ ਰਹੇ ਨੇ। ਸੋ ਲੈਟ ਮੀ ਟੇਕ ਵਨ ਮੋਰ ਕਾਲ ਐਂਡ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। हेलो, हाँ जी, कौन बोल रहे हो जी? सत श्री अकाल। ज्ञान सिंह जी। हाँ जी हाँ जी दसो। किन्ने किन्ने एज दे बच्चे हो गए जी ਇਹਦੇ? 7 साल ਦੇ ट्विन्स हैं। हाँ जी। ਵੈਸੇ ਮੈਂ ਸ਼ਾਰਟ ਤੁਹਾਨੂੰ ਰਾਏ ਦੱਸ ਸਕਦਾ ਆਪਣੀ, ਦੱਸੋ ਵੀ ਇਹਨੂੰ ਪਹਿਲਾਂ ਬੱਚਿਆਂ ਨੂੰ ਵੱਡੇ ਹੋਣ ਨਾ ਦੇਣਾ ਚਾਹੀਦਾ। ਓਕੇ। ਫਾਈਨੈਂਸ਼ਲੀ ਇਹ ਬਿਲਕੁਲ ਇਸ ਵੇਲੇ ਜਿਹਨੂੰ ਕਹਿੰਦੇ ਹੁੰਦੇ ਆ, ਹਾਂ ਸਟੇਬਲ ਹੈਗੀ ਆ। ਐਵੇਂ ਨਵੀਂ ਵਿਪਤਾ 'ਚ ਪੈ ਜਾਊਗੀ ਤੇ ਐਡੀ ਕਿਹੜੀ ਗੱਲ ਹੈ, ਚੱਲ ਜਾਂਦਾ ਕੰਮ। ਤੁਸੀਂ ਬੱਚਿਆਂ ਨੂੰ ਵੱਡੇ ਹੋਣ ਦਿਓ, ਮੈਰਿਜ ਫੇਰ ਵੀ ਕਰ ਸਕਦੀ, ਹਾਲੇ ਜਾਂਗ ਆ, ਕੋਈ ਐਡੀ ਗੱਲ ਨਹੀਂ ਹੈਗੀ। ਠੀਕ ਹੈ। ਬਾਕੀ ਇਹਦੀ ਆਪਣੀ ਸੋਚ ਹੈ ਵੀ ਇਹ 'ਚ ਕਿੰਨੀ ਕੁ ਤਾਕਤ ਹੈਗੀ ਆਪਣੇ ਆਪ ਨੂੰ ਸੰਭਾਲਣ ਦੀ। ਗਿਆਨ ਸਿੰਘ ਜੀ ਤੁਹਾਡਾ ਕੀ ਖਿਆਲ ਹੈ, ਜਿਵੇਂ ਸੁਦਰਸ਼ਨ ਜੀ ਬਈ ਇੱਕ ਇਨਸਾਨ ਇਸ ਵੇਲੇ ਉਹਨਾਂ ਨੂੰ ਕੋਈ ਮਿਲਿਆ ਹੋਇਆ ਹੈ, ਹਰ ਬੰਦੇ ਨੂੰ ਕੁਝ ਸਾਥ ਚਾਹੀਦਾ ਔਰ 2-3 ਸਾਲਾਂ ਤੋਂ ਉਹਨਾਂ ਨੂੰ ਲੱਗ ਰਿਹਾ ਕਿ ਬਹੁਤ ਅੱਛਾ ਸਾਥ ਹੈ, ਬਹੁਤ ਹੀ ਨੇਕ ਇਨਸਾਨ ਹੈ, ਸੋ ਉਹਨਾਂ ਨੂੰ ਐਜ਼ ਪਾਰਟਨਰ ਯੂ نو ਰੱਖਣ, ਉਹ ਵੀ ਚੱਲਦਾ ਰਹੇ, ਫਾਈਨੈਂਸ਼ੀਅਲ ਸਿਕਿਉਰਿਟੀ ਵੀ ਹੈ ਜਿਸ ਤਰ੍ਹਾਂ ਹੁਣ ਹੈਗਾ, ਇਟ ਇਜ਼ ਕਨਵੀਨੀਐਂਟ, ਇਟ ਇਜ਼ ਫਾਈਨ, ਡੂ ਯੂ ਥਿੰਕ ਇਟਸ ਓਕੇ? ਹਾਂ ਨਹੀਂ, ਮੇਰੀ ਵੀ ਰਾਏ ਇਹੀ ਹੈ ਵੀ ਚਲੋ ਆਪਣਾ ਜੋ ਚੱਲਦਾ ਚਲਾਈ ਜਾਵੇ, ਫਾਈਨੈਂਸ਼ੀਅਲੀ ਠੀਕ ਹੈਗੀ ਆ, ਬੱਚੇ ਵੱਡੇ ਕਰ ਲਵੇ। ਕਈ ਵਾਰੀ ਬਿਪਤਾ 'ਚ ਪੈ ਜਾਂਦੀ ਜਨਾਨੀ, ਕੱਲੀ ਕੀ ਕਰ ਲਊਗੀ ਜੇ ਉਹ ਨਾ ਚੰਗਾ ਨਿਕਲੇ ਕੱਲ ਨੂੰ। ਅੱਜ ਉਹਦਾ ਸੋਚ ਹੋ ਰਿਹਾ, ਕੱਲ ਨੂੰ ਸੋਚ ਬਦਲ ਜਾਂਦੀ ਆ। ਫਾਈਨੈਂਸ਼ੀਅਲੀ ਵੀ ਹੋ ਗਏ ਬੱਚਿਆਂ ਦਾ। ਮੇਰਾ ਖਿਆਲ ਬੱਚਿਆਂ ਨੂੰ ਵੱਡੇ ਕਰ ਹੋ ਦੇਣਾ ਚਾਹੀਦਾ। ਜਦੋਂ ਬੱਚੇ ਵੱਡੇ ਹੋ ਜਾਣ ਫੇਰ ਸੋਚ ਵੱਡੀ ਕਿਹੜੀ ਗੱਲ ਹੈ। ਹੁਣ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਸ਼ਰਮ ਵੀ ਆਊਗੀ ਦੱਸਣ ਦੀ। ਮੈਂ ਜਦੋਂ ਮੇਰੇ ਫਾਦਰ ਡੈਥ ਹੋਈ ਹੈ, ਮੈਂ 4.5 ਸਾਲ ਦਾ ਸੀ, ਇੱਕ ਭੈਣ ਮੇਰੀ 2 ਸਾਲ ਦੀ, ਇੱਕ 6 ਮਹੀਨੇ ਦੀ, ਤੇ ਸਾਡੀ ਮਦਰ ਨੇ ਸਮਾਂ ਕੱਢ ਹੀ ਲਿਆ ਮੇਰੇ ਸਿਰ ਤੇ। ਐਡੀ ਕਿਹੜੀ ਗੱਲ ਹੈ, ਸਮੇਂ ਦੀ ਗੱਲ ਹੈ, ਠੀਕ ਨਹੀਂ? ਤੇ ਮੇਰਾ ਖਿਆਲ ਇਹਨੂੰ ਫਾਈਨੈਂਸ਼ਲੀ ਇਸ ਲਈ ਬਿਲਕੁਲ ਸਾਊਂਡ ਹੈਗੀ, ਇਹਨੂੰ ਨਹੀਂ ਉੱਧਰ ਸੋਚਣਾ ਚਾਹੀਦਾ, ਕਿਉਂਕਿ ਪਤਾ ਨਹੀਂ ਹਾਲਾਤ ਕੱਲ ਨੂੰ ਕਿਹੋ ਜਿਹੇ ਵਿਗੜ ਜਾਣ, ਪੇ ਬਿਪਤਾ 'ਚ ਪੈ ਜਾਊਗੀ। ਜੋ ਰਿਲੇਸ਼ਨ ਹੈ ਕਿ ਰੱਖ ਛੱਡੇ, ਕੋਈ ਨਹੀਂ। ਮੇਰੀ ਰਾਏ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਔਰ ਉਹੀ ਯੂ نو ਆਈ ਅੰਡਰਸਟੈਂਡ ਕਿ ਕੁਐਸਚਨ ਡਿਫਿਕਲਟ ਹੈ। ਡਿਫਿਕਲਟ ਕਿਉਂ ਹੈ? ਕਿਉਂਕਿ ਜਨਰੇਸ਼ਨਲੀ ਅਸੀਂ ਦੇਖੀਏ ਪਿਛਲੇ 50 ਸਾਲਾਂ 60 ਸਾਲਾਂ 'ਚ ਰਵੱਈਆ ਸੋਸਾਇਟੀ ਦਾ ਇਸ ਚੀਜ਼ ਵੱਲ ਬਹੁਤ ਡਿਫਰੈਂਟ ਹੈ। ਲਿਵ ਇਨ ਰਿਲੇਸ਼ਨਸ਼ਿਪਸ ਕਦੀ ਸੋਚਿਆ ਵੀ ਨਹੀਂ ਸੀ, ਸੁਣਿਆ ਨਹੀਂ ਸੀ। ਹੁਣ 1-2 ਕਾਲਸ ਖਾਸ ਤੌਰ ਤੇ ਬਜ਼ੁਰਗਾਂ ਦੀਆਂ ਆਈਆਂ, ਸੁਦਰਸ਼ਨ ਜੀ ਨੂੰ ਵੀ, ਮਤਲਬ ਆਈ ਡੋਂਟ ਨੋ, ਬਜ਼ੁਰਗ ਅਸੀਂ ਖੁਦ ਹੈਗੇ ਹਾਂ ਇਸ ਵੇਲੇ, ਤੇ ਬਜ਼ੁਰਗ ਕਹਿਣਾ ਜਾਂ ਵਟ ਐਵਰ ਡਿਫਾਈਨ ਕਰਨਾ, ਬਟ ਸਟਿਲ both of them above 80, they say it's okay, ਪਰ ਫਾਈਨੈਂਸ਼ੀਅਲ ਨੂੰ ਜ਼ਰੂਰ ਉਹ ਦਿਓ, ਕਿਉਂਕਿ ਸਾਰਿਆਂ ਦਾ ਧਿਆਨ ਸ਼ਾਇਦ ਇਸ ਵੇਲੇ ਬੱਚਿਆਂ ਵੱਲ ਹੈ ਕਿ ਬੱਚਿਆਂ ਨੂੰ ਠੀਕ ਤਰ੍ਹਾਂ ਸ਼ਾਇਦ ਤੁਸੀਂ ਆਪ ਪਾਲ ਸਕੋਗੇ। ਇੱਕ ਹੋਰ ਮੈਂਬਰ ਆ ਜਾਏਗਾ, ਤੁਹਾਡੇ ਕੋਲ ਸਭ ਕੁਝ ਹੈਗਾ, ਉਹਦੇ ਨਾਲ ਸ਼ੇਅਰ ਕਰਨਾ, ਜਾਂ ਫਿਰ ਯੂ نو ਇੱਕ ਧਿਆਨ ਸਾਰਾ ਹਸਬੈਂਡ ਵਾਕਣ ਵੱਧ ਜਾਏਗਾ। ਸੋ ਉਹ ਬੜਾ ਕਲੀਅਰਲੀ ਉਹਨਾਂ ਨੇ ਕਿਹਾ, ਤੁਸੀਂ ਵੀ ਪਲੀਜ਼ ਜੋ ਵੀ ਮਨ ਚਾਹੇ, ਬਿਕੋਜ਼ ਆਈ ਆਲਵੇਜ਼ ਸੇ ਦੇयर इज नो ਰਾਈਟ ਐਂਡ ਰੋਂਗ ਆਨਸਰ, ਐਬਸੋਲਿਊਟਲੀ ਕੋਈ ਰਾਈਟ ਐਂਡ ਰੋਂਗ ਆਨਸਰ ਨਹੀਂ ਹੈ। ਉਹ ਸੀਕਰ ਨੂੰ, ਜਿਹੜੇ ਪੁੱਛ ਰਹੇ ਆ ਸਵਾਲ, ਉਹਨਾਂ ਨੂੰ ਡਿਸਾਈਡ ਕਰਨ ਦਿਓ। ਜਿਵੇਂ ਸੁਦਰਸ਼ਨ ਜੀ ਕਹਿੰਦੇ ਕਿ ਉਹ ਜੋ ਸਭ ਦਾ ਸੁਣੇਗੀ, ਜੋ ਕਰਨਾ ਹੋਏਗਾ ਉਹਨਾਂ ਨੂੰ ਕਰਨਗੇ, ਪਰ ਆਪਣਾ ਖਿਆਲ ਦੇਣਾ ਜ਼ਰੂਰੀ ਹੈ, ਕਿਉਂਕਿ ਕੁਐਸਚਨ ਵੀ ਤਾਂ ਹੀ ਪੁੱਛਿਆ ਉਹਨਾਂ ਨੇ ਕਿ ਸੁਸਾਇਟੀ ਦਾ ਕੀ ਰਵੱਈਆ ਹੈ ਇਸ ਵੇਲੇ, ਸੁਸਾਇਟੀ ਮੈਨੂੰ ਕੀ ਕਹਿੰਦੀ ਹੈ, ਕਮਿਊਨਿਟੀ ਦਾ ਕੀ ਰਾਏ ਹੈ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਇਸ ਮਦਰ ਨਾਲ, I can say mother, young girl, ਸਾਰੇ young ਲੱਗਦੇ ਆ ਮੈਨੂੰ, but anyways, let's see, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਨ ਜੀ, ਮੈਂ ਇਹ ਕਹਾਂਗਾ ਇਸ ਲੜਕੀ ਨੂੰ ਜੀ, ਕਿਸੇ ਦੇ ਕਹਿਣ ਨਾਲ ਅਗਰ ਅੱਛਾ ਔਰ ਬੁਰਾ ਹੋਣ ਲੱਗੇ ਤਾਂ ਸੰਸਾਰ ਜਾਂ ਤਾਂ ਸਵਰਗ ਬਣ ਜਾਏਗਾ ਜਾਂ ਪੂਰੀ ਤਰ੍ਹਾਂ ਨਰਕ। ਇਸ ਲਈ ਇਹ ਧਿਆਨ ਉੱਕਾ ਹੀ ਨਾ ਦਿਓ ਕਿ ਕੋਈ ਕੀ ਕਹੇਗਾ, ਬਸ ਉਹ ਜ਼ਰੂਰ ਕਰੋ ਜੋ ਅੱਛਾ ਔਰ ਸੱਚਾ ਹੋਵੇ। ਦੂਜਾ, ਇਹ ਲੜਕੀ ਨੂੰ ਦੇਖੋ, ਕੰਪਨੀ ਵਾਲਿਆਂ ਨੇ ਕਿੰਨੀ ਇਹਦੀ ਹੈਲਪ ਕੀਤੀ ਹੈ ਔਰ ਇਹ ਖੁਸ਼ੀ ਨਾਲ ਆਪਣਾ ਜੀਵਨ ਬਿਤਾ ਰਹੀ ਹੈ। ਔਰ ਕਈ ਐਸੇ ਐਕਸੀਡੈਂਟ ਹੁੰਦੇ ਜਿਨ੍ਹਾਂ ਵਿੱਚ ਤੁਹਾਨੂੰ ਕੁਝ ਵੀ ਨਹੀਂ ਮਿਲਦਾ, ਤੁਹਾਡੀ ਜ਼ਿੰਦਗੀ ਡੁੱਬ ਰੋ ਕੇ ਰਹਿ ਜਾਂਦੀ ਆ। ਸੋ ਇਸ ਗੱਲੋਂ, ਇਸ ਪੱਖੋਂ ਇਹ ਕਿੰਨੀ ਕਰਮਾਂ ਵਾਲੀ ਮੈਂ ਕਹਾਂਗਾ। ਜੀ ਜੀ ਜੀ, ਇਕੱਲੇ ਚੱਲਣਾ ਸਿੱਖਣਾ ਆਉਣਾ ਚਾਹੀਦਾ ਹੈ।
ਇਹ ਜ਼ਰੂਰੀ ਨਹੀਂ ਜੋ ਅੱਜ ਤੁਹਾਡੇ ਨਾਲ ਨੇ ਉਹ ਕੱਲ ਨੂੰ ਵੀ ਤੁਹਾਡੇ ਨਾਲ ਰਹਿਣਗੇ। ਸੋ ਇਦਾਂ ਦੇ ਕਈ ਕੇਸ ਤੁਸੀਂ ਪਹਿਲਾਂ ਵੀ ਲਿਆਏ ਆ ਕਿ ਹਸਬੈਂਡ ਬਹੁਤ ਚੰਗੇ ਸੀ, ਬਹੁਤ ਇੰਪ੍ਰੈਸ਼ਨ ਵਧੀਆ ਸੀ ਉਹਨਾਂ ਦਾ, ਪਰ ਬਾਅਦ ਵਿੱਚ ਉਹ ਚੇਂਜ ਹੋ ਗਏ। ਸੋ ਇਹਦੀ ਗਰੰਟੀ ਨਹੀਂ ਹੈ, ਪਰ ਇਹਨਾਂ ਕੋਲ ਜੋ ਕੁਝ ਹੋਣ ਆਇਆ ਉਹਦੀ ਗਰੰਟੀ ਤਾਂ ਇਹਨਾਂ ਕੋਲ ਹੈ ਨਾ। ਸੋ ਮੈਂ ਨਹੀਂ ਚਾਹੁੰਦਾ ਕਿ ਇਹ ਵਿਆਹ ਕਰਾਉਣ, ਜੇ ਰਿਲੇਸ਼ਨ 'ਚ ਰਹਿਣਾ ਚਾਹੁੰਦੇ ਤਾਂ ਰਹਿਣ, ਪਰ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਾਂਗਾ ਕਿ ਉਹ ਸੱਚਾ ਬੰਦਾ ਜੇ ਆ ਤਾਂ ਉਹਨੂੰ ਜ਼ਰੂਰ ਕਲੀਅਰ ਕਰ ਦੇਣ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ, ਉਹਦੀ ਆਹ ਪ੍ਰੋਬਲਮ ਹੈ, ਸੱਚਾਈ ਨਾਲ ਉਹਨੂੰ ਦੱਸ ਦੇਣ ਜੇ ਉਹ, ਤਾਂ ਕਿ ਉਹਦੀ ਜ਼ਿੰਦਗੀ ਬਰਬਾਦ ਨਾ ਹੋਵੇ, ਉਹ ਕੋਈ ਆਪਣਾ ਜੀਵਨ ਸਾਥੀ ਹੋਰ ਲੱਭ ਲੈ, ਆਪਣਾ ਫੈਸਲਾ ਆਪ ਲੈ ਲੈ। ਸੋ ਇੱਥੇ ਜ਼ਰੂਰ ਸੱਚਾਈ ਨਾਲ ਬੀਤ ਆਉਣ। ਬਾਕੀ ਲੋਕਾਂ ਦਾ ਕੀ ਆ, ਲੋਕਾਂ ਨੂੰ ਤੁਸੀਂ ਨਹੀਂ ਖੁਸ਼ ਕਰ ਸਕਦੇ, ਸਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਹੈ। ਜੇ 4 ਬੰਦੇ ਖੁਸ਼ ਆ ਤਾਂ 4 ਬੰਦੇ ਤੁਹਾਡੇ ਵਿਰੁੱਧ ਵੀ ਬੋਲਣਗੇ, ਜੇ ਵਿਆਹ ਕਰਾ ਲਿਆ ਤਾਂ ਵੀ ਉਹ ਬੋਲਣਗੇ, ਜੇ ਨਹੀਂ ਕਰਾਇਆ ਤਾਂ ਵੀ ਕੁਝ ਲੋਕ ਬੋਲਣਗੇ। ਸੋ ਲੋਕਾਂ ਦੀ ਪਰਵਾਹ ਨਾ ਕਰਨਾ, ਕਿਉਂਕਿ ਲੋਕਾਂ ਦਾ ਸਿਰਫ ਇਹੀ ਕੰਮ ਹੁੰਦਾ ਕਿ ਅੰਤ ਵਿੱਚ ਉਹਨੀ ਤਾਂ 4 ਬੰਦਿਆਂ ਨੇ ਉਠਾ ਕੇ ਰਾਮ ਸੱਤ ਹੋ ਜਾਂਦਾ ਬੰਦੇ ਦਾ ਤੇ ਉਹਨੂੰ ਚੱਕ ਕੇ ਉੱਥੇ ਲੈ ਜਾਂਦੇ ਆ। ਲੋਕਾਂ ਦੇ ਪਿੱਛੇ ਨਹੀਂ ਕਦੇ ਵੀ ਜਾਣਾ ਚਾਹੀਦਾ, ਆਪਣਾ ਫੈਸਲੇ ਆਪ ਲਾਓ। ਇਕੱਲੇ ਰਹਿਣ ਨਾਲ ਜੇ ਫਾਇਦੇ ਵੀ ਬਹੁਤ ਹੈ, ਮੈਂ ਇਕੱਲਾ ਰਹਿਣਾ 10 ਫਾਇਦੇ ਗਣਾਉਣਾ ਮੈਂ ਤੁਹਾਨੂੰ, ਪਰ ਹੁਣ ਤੁਹਾਡੇ ਕੋਲ ਟਾਈਮ ਨਹੀਂ ਹੈ। ਸੋ ਇਕੱਲੇ ਰਹਿਣ ਨਾਲ ਕਈ ਵਾਰੀ ਜ਼ਿਆਦਾ ਵਧੀਆ। ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਬੜੀ ਵਧੀਆ ਗੱਲ ਇੱਕ ਜਿਹੜੀ ਆਈ ਹੈ ਬਾਹਰ ਕਿ ਹਾਂ ਜੋ ਵੀ ਡਿਸੀਜਨ ਲੈਣਾ ਹੈ ਉਹ ਕਲੀਅਰ ਹੋਣਾ ਚਾਹੀਦਾ ਹੈ। ਯੂ ਨੋ ਆਫ ਕੋਰਸ ਕੱਲ ਤੁਹਾਡੀ ਮਰਜ਼ੀ ਹੈ, ਕੱਲ ਬਦਲ ਸਕਦੇ ਹੋ ਡਿਸੀਜਨ, ਪਰ ਅਗਰ ਇਸ ਵੇਲੇ ਤੁਸੀਂ ਡਿਸਾਈਡ ਕਰ ਰਹੇ ਹੋ ਕਿ ਮੈਂ ਪਾਰਟਨਰ ਰਹਿਣਾ ਪਰ ਮੈਂ ਵਿਆਹ ਨਹੀਂ ਕਰਾਉਣਾ, ਦੈਨ ਦ ਅਦਰ ਪਰਸਨ ਆਲਸੋ ਸ਼ੁੱਡ ਨੋ, ਤਾਂ ਕਿ ਉਹ, ਗੁਰਦੀਪ ਜੀ ਸਹੀ ਕਹਿ ਰਹੇ ਨੇ ਕਿ ਉਹ ਸੋਚ ਕੇ ਆਪਣਾ ਡਿਸੀਜਨ ਲੈਣ, ਉਹ ਵੀ ਉਸੇ ਤਰ੍ਹਾਂ ਡਿਸਾਈਡ ਕਰਨ ਕਿ ਉਹਨਾਂ ਨੂੰ ਵਿਆਹ ਨਹੀਂ ਕਰਾਉਣਾ, ਮੈਨੂੰ ਇਹ ਸਭ ਠੀਕ ਹੈ। ਯੂ ਨੋ ਇਟਸ ਅਪ ਟੂ ਹਿਮ, ਤਾਂ ਕਿ ਡੋਂਟ ਪਲੇ ਵਿਦ ਹਿਮ, ਜਸਟ ਬੀ ਕਲੀਅਰ ਵਿਦ ਹਿਮ। ਲੈਟਸ ਸੀ ਹੋਰ ਕੀ ਕਹਿ ਰਹੇ ਆ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਰਮਿੰਦਰ ਜੀ ਦੱਸੋ ਕੀ ਕਹਿੰਦੇ ਹੋ? ਮੈਂ ਤੇ ਕਹਾਂਗੀ ਕਿ ਜਿਹੜਾ ਸਿਸਟਮ ਚੱਲਦਾ ਪਿਆ ਜੀ ਤੇ ਉਹਨੂੰ ਚੱਲਣ ਦੇਵੇ, ਕਿਉਂਕਿ ਉਹ ਫਾਈਨੈਂਸ਼ੀਅਲੀ ਸਾਊਂਡ ਹੈ, ਛੋਟੇ ਬੱਚੇ ਹੈ, ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਸਿਸਟਮ ਡਿਸਟਰਬ ਕਰਨ ਦੀ ਲੋੜ ਨਹੀਂ ਹੈ। ਤੇ ਬਾਕੀ ਇਹ ਹੈਗਾ ਕਿ ਦੁਨੀਆ ਤੇ ਕਹਿੰਦੀ ਏ, ਉਹ ਕਹਿਣ ਦਿਓ ਦੁਨੀਆ ਨੂੰ, ਕਹਿੰਦੇ ਨਾ ਕਿ ਔਰਤ ਕਦੀ ਵੀ ਨਹੀਂ ਹਾਰਦੀ, ਸਮਾਜ ਕੀ ਕਹੇਗਾ ਇਹ ਕਹਿ ਕੇ ਉਹਨੂੰ ਹਰਾਇਆ ਜਾਂਦਾ ਹੈ। ਆਪਣੇ ਮਨ ਦੀ ਕਰੇ ਪਰ ਸੋਚ ਆਪਣਾ ਫਾਈਨੈਂਸ਼ੀਅਲ ਸਿਸਟਮ ਨੂੰ ਡਿਸਟਰਬ ਨਾ ਕਰੇ। ਬਾਕੀ ਬਿਜ਼ੀ ਰਹਿਣ ਵਾਸਤੇ ਬੜੇ ਹੋਰ ਤਰੀਕੇ ਹੈਗੇ ਨੇ, ਤੇ ਬੱਚਿਆਂ ਨੂੰ ਵੱਡਾ ਕਰੇ ਪਹਿਲੇ ਸੋਹਣੀ ਤਰ੍ਹਾਂ, ਤੇ ਬਾਕੀ ਜਿਵੇਂ ਉਹਦਾ ਸਿਸਟਮ ਚੱਲ ਰਿਹਾ ਚੱਲਣ ਦਵੇ। ਓਕੇ, ਵਿਆਹ ਦੇ ਮੇਰਾ ਵਿਚਾਰ ਇਹ ਹੈ ਕਿ ਵਿਆਹ ਦੇ ਟੈਗ ਲਾਣਾ ਕੋਈ ਜ਼ਰੂਰੀ ਨਹੀਂ ਹੈ। ਫਰੈਂਡਸ਼ਿਪ ਬੜੀ ਅੱਛੀ ਚੱਲਦੀ ਹੈਗੀ ਹੈ, ਸੋ ਸ਼ੀ ਕੈਨ ਰਿਮੇਨ ਇਨ ਫਰੈਂਡਸ਼ਿਪ। ਠੀਕ ਹੈ। ਸੋ ਹਰਮਿੰਦਰ ਜੀ, ਜਿਸ ਤਰ੍ਹਾਂ ਪਹਿਲੇ ਮੰਨਿਆ ਜਾਂਦਾ ਸੀ, ਕੋਈ ਤੁਹਾਨੂੰ ਲੱਗਦਾ ਹੈ ਕਿ ਮੈਰਿਜ ਵਿੱਚ ਇੱਕ ਸਿਕਿਉਰਿਟੀ ਹੈ ਕਿ ਪਾਰਟਨਰ ਹਰ ਵੇਲੇ ਰਹੇਗਾ, ਪਰ ਬਿਨਾ ਮੈਰਿਜ ਤੋਂ ਕਮਿਟਮੈਂਟ ਪੂਰੀ ਨਹੀਂ ਹੋਏਗੀ, ਉਹਦਾ ਕੋਈ ਹੈ ਰੈਲੇਵੈਂਸ? ਦੇਖੋ, ਕਮਿਟਮੈਂਟ ਆਪ ਉਹ ਕੰਮ ਕਰਦੀ ਹੈ, ਉਹ ਫਾਈਨੈਂਸ਼ੀਅਲੀ ਸਟਰੋਂਗ ਹੈਗੀ ਹੈ, ਉਹਨੂੰ ਕਮਿਟਮੈਂਟ ਦੀ ਲੋੜ ਕੀ ਹੈ, ਮੈਨੂੰ ਇਹ ਦੱਸੋ। ਓਕੇ, ਠੀਕ। ਮੇਰਾ ਇਹ ਪੁਆਇੰਟ ਹੈ ਕਿ ਕਮਿਟਮੈਂਟ ਦੀ ਉਹਨੂੰ ਲੋੜ ਹੀ ਨਹੀਂ ਹੈ, ਸ਼ੀ ਇਜ਼ ਸਟਰੋਂਗ, ਉਹ ਖੁਦ ਸਟਰੋਂਗ ਹੈ, ਬੱਚਿਆਂ ਨੂੰ ਆਪ ਬਿਜ਼ੀ ਰਹਿ ਸਕਦੀ ਹੈ। ਹਾਂ, ਫਰੈਂਡਸ਼ਿਪ ਉਹਨੂੰ ਰੱਖੇ, ਇੰਨੀ ਕੋਈ ਫਰੈਂਡਸ਼ਿਪ ਰੱਖਣ 'ਚ ਕੋਈ ਹਰਜ ਹੈ, ਪਰ ਮੈਂ ਕਹਿੰਦੀ ਹਾਂ ਕਿ ਜੇ ਉਹਦਾ ਸਿਸਟਮ ਚੱਲਦਾ ਪਿਆ, ਸਾਊਂਡ ਹੈ, ਦੋਸਤੀ ਹੈਗੀ ਹੈ, ਪੈਸਾ ਉਹਦੇ ਕੋਲ ਆ ਰਿਹਾ, ਜੇ ਉਹ ਵਿਆਹ ਕਰਦੀ ਹੈ ਤੇ ਉਹਦਾ ਮਨੀ ਲਾਸ ਹੋਏਗਾ। ਵਾਈ? ਕਿਉਂਕਿ ਫਾਈਨੈਂਸ਼ੀਅਲੀ ਸਿਕਿਉਰ ਹੋਣਾ ਜ਼ਰੂਰੀ ਹੈ। ਉਹ ਸਿਕਿਉਰ, ਕਿਉਂਕਿ ਉਹ ਵੀ ਇੰਨਾ ਨਹੀਂ ਕਮਾ ਰਿਹਾ, ਜੇ ਫਾਈਨੈਂਸ਼ੀਅਲ ਲਾਸ ਕਰਦੀ ਹੈ ਤੇ ਉਹਦੇ ਨਾਲ ਕੰਪਨਸੇਟ ਨਹੀਂ ਹੋ ਜਾਏਗਾ। ਫਾਈਨੈਂਸ਼ੀਅਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਸਟਰੋਂਗ ਰਵੇ, ਦੋਸਤੀ ਰੱਖੇ, ਇਹ ਨਾ ਸੋਚੇ ਕਿ ਦੁਨੀਆ ਕੀ ਕਹੇਗੀ, ਦੁਨੀਆ ਤੇ ਕਹਿੰਦੀ ਰਹੇਗੀ, ਉਹ ਕਰੇ ਜੋ ਉਹਦਾ ਮਨ ਵਿੱਚ ਖੁਸ਼ੀ ਹੈ, ਪਰ ਵਿਆਹ ਦਾ ਟੈਗ ਲਾਣਾ ਕੋਈ ਜ਼ਰੂਰੀ ਨਹੀਂ ਹੈ। ਠੀਕ ਹੈ ਹਰਮਿੰਦਰ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਹਾਊ ਆਰ ਯੂ? ਕੀਰਤੀ ਜੀ, ਥੈਂਕ ਯੂ ਫॉर ਕਾਲਿੰਗ, ਦੱਸੋ। Absolutely agreed with I think Gurpreet ji who said कि financially stabilized हैं, very good, so keep it that way. And जैसा कि आप
ने एक्सप्लेन किया इन द बिगिनिंग, वो शादी के बारे में सिर्फ इसलिए सोच रही हैं कि एक पार्टनर, एक हस्बैंड होना चाहिए, बिकॉज सोसाइटी की नजरों में उन्होंने कुछ इस तरह का देखा कि सिंपैथी वाली नजरों से देख रहे हैं, इसलिए उनका ध्यान उस तरफ गया। तो मुझे नहीं लगता कि शादी या हस्बैंड होना उनकी कोई प्रायोरिटी है इस वक्त। तो उस हिसाब से तो डेफिनेटली उनको शादी की तरफ नहीं जाना चाहिए, डेफिनेटली नॉट। ओके। और ये जो उन्होंने कहा कि यस, जो उनके फ्रेंड हैं उनको बिल्कुल क्लियरली बता दे, विच इज वेरी वेरी इम्पोर्टेंट। बाकी हाँ, इस वक्त जो उनकी सुविधाएं चल रही है वो ज्यादा मायने रखती है। एंड गिव सम मोर टाइम एंड देन सी हाउ इट इज। फिर रिश्ते और ये बनने में वाकई उन्होंने एक बात बहुत पते की कही कि नथिंग इज परमानेंट, कि ये बंदा भी कितना साथ देगा आगे, हो सकता है बदल भी जाए, तो यू नेवर नो। तो आई 100% आई एग्री टू दैट अंकल जी, वॉट एवर ही सेड। ठीक है, ठीक है, बहुत बढ़िया। तो शादी सिर्फ इसीलिए शादी नहीं कि सिर्फ सोसाइटी को ये करना है ना, बट जस्ट इन्फॉर्म हिम। या दैट्स अ गुड दिस थिंग कि हाँ, हम लोग कितना कुछ एक्चुअली इसी मतलब थैंक्स टू दिस शो दिस कि मुझे इतने लोगों से बात करने की मौका मिलता है, और बहुत लोगों का जो ध्यान है वो यही है कि लोग क्या कहेंगे, उसी पे डिसाइड करने की कोशिश कर रहे हैं, उसी पे रिश्ते बना रहे हैं, और उसी पे रिश्ते टूट भी रहे हैं, क्योंकि अनॉय कर रहे हैं अपने घर वालों को कि लोग क्या कहेंगे, और तुम दूसरों अपने से लड़ रहे हो इसलिए कि दुनिया के कहेगी। सो बहुत सारा कुछ जो है वो इसी के अराउंड डिसाइड हो रहा है, विच इज नॉट राइट। यू राइट। सो गड़बड़ाया हुआ है अरविंद इस वजह से। बिल्कुल कीर्ति जी, और बड़ी देर से हम ये सब कुछ रिपीट करते हैं कि वो वो गधे वाली है ना स्टोरी, सबको पता है, जो कि वॉक कर रहे हैं तो कोई कहेगा कि उठा लो, तो कोई कहेगा, मतलब जो दुनिया तो कुछ ना कुछ तो कहेगी। तुम कर लोगे तो कहेगी, तुम नहीं करोगे तो कहेगी। सो या एग्जैक्टली, या नहीं, पर अपनी जो है वैसा सही है। आई 100% agreed with that uncle ji, whatever he said, but informing that friend is important. Yeah, thank you so much कीर्ति जी। और इत्थे ही ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। Do not go anywhere. ਵੈਲਕਮ ਬੈਕ। ਔਰ ਗੱਲ ਜਿਸ ਤਰ੍ਹਾਂ ਹੋ ਰਹੀ ਸੀ ਕਿ ਹਾਂ, ਸੁਸਾਇਟੀ ਦੇ ਆਧਾਰ ਤੇ ਅਸੀਂ ਬੜੇ ਸਾਰੇ ਡਿਸੀਜਨਸ ਲੈਂਦੇ ਹਾਂ। ਦੂਜੀ ਤਰ੍ਹਾਂ ਦੇਖਿਆ ਜਾਏ ਤੇ ਸੁਸਾਇਟੀ ਦੇ ਜਿਹੜੇ ਨੋਰਮਸ ਬਣੇ ਆ, ਸਪੈਸ਼ਲੀ ਤੁਸੀਂ ਮੈਰਿਜ ਦਾ ਇੰਸਟੀਟਿਊਸ਼ਨ ਹੀ ਦੇਖ ਲਓ, ਉਹ ਬੇਕਾਰ ਨਹੀਂ ਬਣਿਆ ਹੈ, ਕਿਉਂਕਿ ਕਿਸੇ ਵੀ ਸੁਸਾਇਟੀ ਨੂੰ, ਕਿਸੇ ਕਮਿਊਨਿਟੀ ਨੂੰ ਇੱਕ ਕਿਸੇ ਨਾ ਕਿਸੇ ਬੰਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਅਗਰ ਉਹਦੇ ਇਲਾਵਾ ਤੇ everybody will go wild, there would be no commitment, no structure। ਹਰ ਚੀਜ਼ ਨੂੰ ਇੱਕ ਸਟਰਕਚਰ ਦੀ ਲੋੜ ਹੈ, ਪਰ ਕੋਈ ਵੀ ਐਸਾ ਸਟਰਕਚਰ ਜਿਹੜਾ ਕਿ ਬਿਲਕੁਲ ਸਫੋਕੇਟਿੰਗ ਹੋ ਜਾਏ ਇੱਕ ਇੰਡੀਵਿਜੂਅਲ ਕੇਸ ਦੇ ਵਾਸਤੇ, ਉਹ ਡੈਫੀਨੇਟਲੀ, ਉਹ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਕਿ ਹਰ ਚੀਜ਼ ਨੂੰ ਚੇਂਜ ਲੋੜ ਹੈ, ਹਰ ਚੀਜ਼ ਕਸਟਮ ਕਿਸ ਚੀਜ਼ ਪਿੱਛੇ ਕਿੱਥੇ। ਸੋ ਸਾਰਿਆਂ ਦਾ ਇੱਕ ਨਵਾਂ ਨਜ਼ਰੀਆ ਦੇਖਣ ਨੂੰ ਅੱਜ ਮਿਲ ਰਿਹਾ, ਜਿਹੜਾ ਕਿ ਇਸ ਪਰਟੀਕੂਲਰ ਕੇਸ ਵਾਸਤੇ ਡੈਫੀਨੇਟਲੀ ਪ੍ਰਾਇਰਟੀ ਦੇ ਰਹੇ ਨੇ ਕਿ ਬੱਚਿਆਂ ਵਾਸਤੇ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਜਿਹੜਾ ਕਹਿੰਦੇ ਆ ਨਾ ਹਿਲਾਓ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਕੌਣ ਬੋਲ ਰਹੇ ਹੋ ਜੀ? ਮੈਂ ਮਨਜੀਤ ਬੋਲਦੀ ਹਾਂ ਜੀ, ਕੈਨੇਡਾ ਤੋਂ। ਜੀ ਮਨਜੀਤ ਜੀ, ਥੈਂਕ ਯੂ, ਤੁਸੀਂ ਕਾਲ ਕੀਤਾ ਬੜੀ ਦਿਨਾਂ ਬਾਅਦ। ਹਾਂਜੀ, ਦੱਸੋ ਕੀ ਕਹਿੰਦੇ ਹੋ? ਹਾਂਜੀ, ਮੈਂ ਤਾਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਦੇਖੋ, ਇਹ ਜਿਸ ਤਰ੍ਹਾਂ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਨੇ ਨਾ ਜੀ, ਇਹਨਾਂ ਨੂੰ ਕੰਪਨੀ ਮਦਦ ਕਰਦੀ ਪਈ ਹੈ ਜੀ। ਇਹਨਾਂ ਨੂੰ ਮਤਲਬ ਨਾ ਅਜੇ ਬਿਲਕੁਲ ਨਹੀਂ ਸੋਚਣਾ ਚਾਹੀਦਾ। ਠੀਕ ਹੈ, ਕਿਉਂਕਿ ਬੱਚੇ ਛੋਟੇ ਨੇ। ਦੇਖੋ, ਮਾਂ ਨੂੰ ਬੱਚਿਆਂ ਦਾ ਪਿਆਰ ਮਿਲਦਾ ਪਿਆ ਜੀ, ਠੀਕ ਹੈ। ਰਿਲੇਸ਼ਨਸ਼ਿਪ ਉਹਨਾਂ ਨਾਲ ਬਣਾ ਛੱਡਣ, ਪਰ ਉਹਨਾਂ ਨਾਲ ਇਹ ਕਲੀਅਰ ਕਰਨ ਜ਼ਰੂਰ ਕਿ ਉਹ ਮੈਰਿਜ ਬਾਰੇ ਤੇ ਨਹੀਂ ਸੋਚਦੇ। ਜੇ ਮਤਲਬ ਉਹ ਦਿਮਾਗ 'ਚ ਉਹਨਾਂ ਦੇ ਮੈਰਿਜ ਹੈਗਾ ਤੇ ਫੇਰ ਨਹੀਂ ਇਹਨਾਂ ਨੂੰ ਉਹਦੇ ਨਾਲ ਰਿਲੇਸ਼ਨਸ਼ਿਪ ਰੱਖਣੀ ਚਾਹੀਦੀ। ਠੀਕ ਹੈ, ਕਿਉਂਕਿ ਪਤਾ ਨਹੀਂ ਕੱਲ ਨੂੰ ਉਹਨਾਂ ਬੱਚਿਆਂ ਨੂੰ ਮੁੜ ਕੇ ਫਿਰ ਉਹ ਨਹੀਂ ਪਿਆਰ ਮਿਲਣਾ। ਤੇ ਮਤਲਬ ਜ਼ਰੂਰੀ ਆਪਾਂ ਨੂੰ ਹੁੰਦਾ ਹੀ ਹੈ ਕਿ ਮਤਲਬ ਅਸੀਂ ਬੱਚਿਆਂ ਦੇ ਕੇਅਰ ਵਾਸਤੇ ਹੀ ਆਪਾਂ ਕਰਦੇ ਹਾਂ ਜੋ ਕੁਛ ਕਰਦੇ ਹਾਂ। ਜੇ ਹੁਣ ਇਹਨਾਂ ਨੂੰ ਮਿਲਦੇ, ਇਹਨਾਂ ਕੋਲ
ਪ੍ਰੋਪਰਟੀ ਸਾਰਾ ਕੁਝ ਹੈਗਾ ਹੈ, ਘਰ ਬਣਾ ਲਿਆ, ਸਭ ਕੁਝ ਬਣਾ ਲਿਆ। ਫਿਰ ਇਹਨਾਂ ਨੂੰ ਅਜੇ ਤੱਕ ਬੱਚਿਆਂ ਦੇ ਮਤਲਬ ਜਿੰਨੀ ਦੇਰ ਵੱਡੇ ਨਹੀਂ ਹੁੰਦੇ ਉਨੀ ਦੇਰ ਇਹ ਗੱਲ ਸੋਚਣੀ ਨਹੀਂ ਚਾਹੀਦੀ। ਸਾਡੇ ਆਪਣੇ ਘਰ 'ਚ ਹੀ ਅਰਵਿੰਦ ਜੀ ਗੱਲ ਹੋਈ ਸੀ। ਮੇਰੇ ਮਾਸੀ ਜਿਹੜੇ ਨਾ ਬਹੁਤ ਛੋਟੀ ਮਤਲਬ ਕਹਿ ਲਓ ਉਹਨਾਂ ਦੇ 3 ਬੱਚੇ ਸੀਗੇ ਤੇ 4 ਸਾਲ ਬਾਅਦ ਹੀ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੀ ਮਤਲਬ ਸਾਡੇ ਮਾਸੜ ਜੀ ਦੀ ਡੈਥ ਹੋ ਗਈ ਸੀ ਜੀ। ਪਰ ਉਹਨਾਂ ਦੇ ਜੇਠ ਮਲਾਇਆ 'ਚ ਉਹਨਾਂ ਦੇ ਮਤਲਬ ਸਾਡੇ ਮਾਸੜ ਜੀ ਮਲਾਇਆ 'ਚ ਸੀਗੇ ਤੇ ਜੇਠ ਹੀ ਮਲਾਇਆ 'ਚ ਸੀਗੇ, ਮਾਸੀ ਸਾਡੇ ਪਿੰਡ 'ਚ ਸੀਗੇ ਪੰਜਾਬ 'ਚ। ਪਰ ਉਹ ਆਪਣੀ ਸੱਸ ਦੇ ਸਿਰ ਦੇ ਉੱਤੇ ਹੀ ਤੇ ਉਹਨਾਂ ਨੂੰ ਮਤਲਬ ਜੇਠ ਉਹਨਾਂ ਦੀ ਮਦਦ ਪੂਰੀ ਕਰਦੇ ਰਹੇ ਨੇ ਤੇ ਜਾਂ ਅਸੀਂ ਜਿਸ ਤਰ੍ਹਾਂ ਮੇਰੇ ਫਾਦਰ ਮੇਰੇ ਮਾਮਾ ਜੀ ਉਹਨਾਂ ਦੀ ਪੂਰੀ ਮਦਦ ਕਰਦੇ ਰਹੇ। ਉਹਨਾਂ ਬੱਚੇ ਪਾਲੇ, ਬੱਚੇ ਵਿਆਹੇ, ਈਵਨ ਬੇਟੀ ਦੀ ਮੈਰਿਜ ਕਰਨ ਉਹਨਾਂ ਦੇ ਤਾਏ ਚਾਚੇ ਆਏ ਆ। ਸੋ ਪਰਿਵਾਰ ਮਿਲ ਕੇ ਸਾਰਿਆਂ ਨੇ ਮਿਲ ਕੇ ਪਾਲ ਦਿੱਤਾ। ਟਾਈਮ ਹੋਰ ਸੀਗਾ। ਹਾਂਜੀ ਟਾਈਮ ਨਿਕਲ ਗਿਆ ਜੀ। ਇਹਨਾਂ ਦਾ ਟਾਈਮ ਕੰਪਨੀ ਕੱਢਦੀ ਪਈ ਨਾ ਤੇ ਇਹਨਾਂ ਨੂੰ ਮਤਲਬ ਖੁਸ਼ਕਿਸਮਤੀ ਹੈ ਇਹਨਾਂ ਦੀ ਬਹੁਤ। ਜੀ ਜੀ ਮੇਰੇ ਖਿਆਲ ਅਨੁਸਾਰ ਤਾਂ ਅਜੇ ਨਹੀਂ ਉਹਨਾਂ ਨੇ ਇਸ ਗੱਲ ਬਾਰੇ ਸੋਚਣਾ ਚਾਹੀਦਾ। ਠੀਕ ਹੈ। ਬਾਕੀ ਮੈਂ ਲੇਡੀ ਜਿਹੜੀਆਂ ਉਹ ਕੱਢ ਲੈਂਦੀ ਆਪਣਾ ਟਾਈਮ। ਠੀਕ ਹੈ, ਪਰਮਾਤਮਾ ਦੀ ਰਜ਼ਾ ਇਸ ਤਰ੍ਹਾਂ ਸੀ ਇਹ ਸੋਚ ਕੇ ਆਪਣੇ ਹੋਰ ਕਈ ਕੁਝ ਕਰ ਸਕਦੇ ਨੇ ਉਹ ਮਤਲਬ ਟਾਈਮ ਪਾਸ ਕਰਨ ਵਾਸਤੇ। ਨਹੀਂ ਤੇ ਬੱਚਿਆਂ ਨਾਲ ਤੇ ਟਾਈਮ ਪਾਸ ਉਹਨਾਂ ਦਾ ਹੁੰਦਾ ਹੀ ਹੈ। ਟਾਈਮ ਪਾਸ ਦਾ ਕੋਈ ਇਸ਼ੂ ਲੱਗਦਾ ਨਹੀਂ ਇੱਥੇ। ਇਸ਼ੂ ਨਹੀਂ ਹੈਗਾ। ਬੱਚੇ ਵੀ 2 ਨੇ, ਇੱਕ ਬੇਟੀ ਇੱਕ ਬੇਟਾ। ਜੀ ਜੀ ਉਸ ਤਾਂ ਉਹਨਾਂ ਕੋਲ ਉਹਨਾਂ ਨੂੰ ਪਤਾ ਨਹੀਂ ਕੱਲ ਨੂੰ ਕਿੰਨਾ ਕੁ ਸੁੱਖ ਮਿਲੇ। ਇਹ ਪਰਮਾਤਮਾ ਜਿਹੜਾ ਨਾ ਮਤਲਬ ਉਹਨਾਂ ਨੂੰ ਜ਼ਰੂਰ ਦਊਗਾ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਤੁਹਾਡਾ ਕਾਲ ਕਰਨ ਦਾ। ਮੈਂ ਹੋਰ ਪੁੱਛਦੀ ਹਾਂ ਇਹਨਾਂ ਦਾ ਕੀ ਕਹਿਣਾ ਹੈ। ਹੈਲੋ ਮੰਮੀ ਕਿੱਥੇ ਗਏ? ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਔਰ ਹੈਪੀ ਖਿੜੀ ਦੁਪਹਿਰ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਜੀ। ਤੁਸੀਂ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਟੌਪਿਕ ਲੈ ਕੇ ਆਏ ਹੋ ਜੀ। ਤੇ ਮੈਂ ਨਾ ਪ੍ਰੈਕਟੀਕਲ ਐਗਜ਼ਾਮਪਲ ਦਿਆਂਗਾ। ਮੈਂ ਕੱਲ ਵੀ ਕਿਹਾ ਸੀ ਡਿਫਰੈਂਟ ਨੰਬਰ ਤੋਂ ਕਾਲ ਕਰ ਰਿਹਾ। ਦੱਸੋ। ਪਹਿਲੇ ਤੇ ਸਭ ਤੋਂ ਪਹਿਲੇ ਜਿਹੜਾ ਕਾਫੀ ਕਾਲਰਾਂ ਨੇ ਕਿਹਾ ਉਹਨੂੰ ਇਸ ਵਕਤ ਫਾਈਨੈਂਸ਼ੀਅਲ ਸਿਕਿਉਰਿਟੀ ਕਿਸੇ ਤਰ੍ਹਾਂ ਜ਼ਰੂਰ ਮੇਨਟੇਨ ਕਰਨੀ ਚਾਹੀਦੀ ਹੈ। ਠੀਕ ਹੈ ਠੀਕ ਹੈ। ਤੇ ਮੈਂ 2-3 ਪੁਆਇੰਟ ਰੇਜ਼ ਕਰਾਂਗਾ ਜੀ। ਜੋ ਫਾਈਨੈਂਸ਼ੀਅਲ ਸਿਕਿਉਰਿਟੀ ਇਸ ਕਰਕੇ ਜ਼ਰੂਰੀ ਹੈ ਕੁਝ ਵੀ ਹੁੰਦਾ ਹੈ ਉਹ ਕੰਪਨੀ ਨੂੰ ਅਪਰੋਚ ਕਰੇ ਕਿ ਮੈਂ ਹੁਣ ਮੇਰੇ ਬੱਚੇ ਵੱਡੇ ਹੋ ਗਏ ਨੇ ਉੱਥੇ ਉਹਨਾਂ ਨੂੰ ਕੋਈ ਅੱਛੀ ਜੌਬ ਮਿਲ ਜਾਏ। ਓਕੇ, ਉਹ ਦੂਰ ਦੀ ਗੱਲ ਹੈ 7 ਸਾਲ ਦੇ ਬੱਚਿਆਂ ਵਾਲੇ। ਹਾਂਜੀ ਹਾਂ, ਕਿਉਂਕਿ ਉਹਨਾਂ ਨੂੰ ਕਹੇ ਮੈਨੂੰ ਤੁਸੀਂ ਅੱਛੀ ਜੌਬ ਦਿਓ, ਤੁਸੀਂ ਇੰਨਾ ਪੈਸਾ ਮੇਰੇ ਤੇ ਖਰਚ ਕਰ ਰਹੇ ਹੋ ਤੇ ਮੈਨੂੰ ਅੱਛੀ ਜੌਬ ਦਿਓ। ਐਂਡ ਆਈ ਹੋਪ ਕਿਉਂਕਿ ਅਮਰੀਕਾ ਦੇ ਵਿੱਚ ਹੈਗਾ। ਦੇਖੋ ਮੈਂ ਇੱਕ ਐਗਜ਼ਾਮਪਲ ਦਿਆਂਗਾ ਅਮਰਤਾ ਪ੍ਰੀਤਮ ਜੀ ਦੀ। ਮੈਂ ਪਹਿਲੇ ਸੌਰੀ ਕਹਿ ਦਿਆਂ ਕਿ ਮੈਂ ਦੇਖੋ ਦੁਨੀਆ ਨੇ ਇਸ ਤੋਂ ਜਾਣ ਤੋਂ ਪਹਿਲੇ ਦੇਖੋ ਸਮਾਜ ਨੂੰ ਕਦੀ ਵੀ ਕੋਈ ਖੁਸ਼ ਨਹੀਂ ਕਰ ਸਕਿਆ। ਉਹ ਸ਼ਿਵ ਜੀ ਪਾਰਵਤੀ ਦੀ ਕਹਾਣੀ ਹੈਗੀ ਜਿਹੜੀ ਬੜੀ ਮਸ਼ਹੂਰ ਹੈ। ਉਹ ਬੈਲ ਤੇ ਬੈਠ ਕੇ ਜਾ ਰਹੇ ਸਨ, ਹੁਣ ਵਕਤ ਘੱਟ ਹੈ ਤੇ ਸਾਰਿਆਂ ਨੂੰ ਪਤਾ ਵੀ ਇਹ ਬੈਲ ਤੇ ਬੈਠੇ ਉਤਰ ਕੇ ਥੱਲੇ ਤੇ ਕਿਵੇਂ ਹੋਇਆ ਸਾਰਾ ਕੁਝ। ਤੇ ਸਮਾਜ ਤੇ ਕਦੀ ਖੁਸ਼ ਹੋ ਨਹੀਂ ਸਕਦਾ। ਸ਼ਿਵ ਜੀ ਨੇ ਪਾਰਵਤੀ ਨੂੰ ਹੀ ਸਮਝਾਇਆ ਸੀ। ਸਾਨੂੰ ਸਾਰੇ ਇਸ ਮੈਡਮ ਨੂੰ ਐਟਲੀਸਟ ਜ਼ਰੂਰ ਸਮਝਣਾ ਚਾਹੀਦਾ। ਸਮਾਜ ਦੀ ਪਰਵਾਹ ਨਾ ਕਰੋ। ਸਮਾਜ ਜਿਸ ਤੁਹਾਡੇ ਅਮਰਤਾ ਪ੍ਰੀਤਮ ਜੀ ਸ਼ੀ ਵਾਸ ਉਸ ਵਕਤ ਜਿਸ ਵਕਤ ਹੈਗਾ ਸੀਗਾ ਉਹ ਮੇਰੀ ਮਦਰ ਦੀ ਸਹੇਲੀ ਸਨ। ਠੀਕ ਹੈ। ਤੇ ਉਹ ਜੋ ਉਹਨਾਂ ਨੇ ਉਸ ਵਕਤ ਕੀਤਾ ਰਿਬੈਲ ਕੀਤਾ ਉਹਨਾਂ ਨੇ ਪ੍ਰੀਤਮ ਸਿੰਘ ਜਿਹੜਾ ਉਹਨਾਂ ਦੇ ਹਸਬੈਂਡ ਸਨ ਔਰ ਜੋ ਕੁਝ ਕਰਦੇ ਸਨ ਲਿਖਦੇ ਸਨ ਸਾਹਿਤ ਤੇ ਬੜਾ ਕੁਝ ਹੈਗੀ ਸੀ ਲਿਟਰੇਚਰ ਲਿਟਰੇਰੀ ਲਈ ਉਹ ਸੀ ਉਹਦੇ ਨਹੀਂ ਆ ਸਕਦੇ। ਉਹਨਾਂ ਨੇ ਉਹਨਾਂ ਕੋਲ ਡਾਈਵੋਰਸ ਨਹੀਂ ਲਿਆ। ਲਿਵ ਇਨ ਰਿਲੇਸ਼ਨਸ਼ਿਪ ਤੇ ਇੱਕ ਆਰਟਿਸਟ ਜਿਹੜਾ ਉਹਨਾਂ ਦੀ ਕਿਤਾਬਾਂ ਡਿਜ਼ਾਈਨ ਕਰਦਾ ਸੀ ਉਹਦੇ ਨਾਲ ਵੀ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਠੀਕ ਹੈ ਪੌਲ ਸਾਹਿਬ ਜੀ। ਹਾਂ ਇਸ ਕਰਕੇ ਮੈਂ ਕਹਾਂ ਵਿਆਹ ਤੇ ਉਹਦੇ ਵਿੱਚ ਹੈ ਸਭ ਤੋਂ ਪਹਿਲੇ ਫਾਈਨੈਂਸ਼ੀਅਲ ਸਟੇਬਿਲਿਟੀ ਜਿਹੜੀ ਹੈ ਨਾ ਇਮੋਸ਼ਨਲੀ ਹੋ ਕੇ ਨਾ ਗੋ ਤੇ ਤੁਸੀਂ ਇਹ ਆਪਣਾ ਵੀ ਕੁਝ ਸੋਚੋ ਤੇ ਜ਼ਰੂਰ ਸੋਚੋ। ਉਹਦੇ ਨਾਲ ਮੈਂ ਫਿਰ ਐਕਚੁਅਲ ਸੌਰੀ ਕਹਿ ਦਿਆਂਗਾ ਕਿ ਸ਼ਾਇਦ ਨਾ ਹੋਵੇ ਕਿਸੇ ਨੂੰ ਕਹੇ ਲਿਵ ਇਨ ਰਿਲੇਸ਼ਨਸ਼ਿਪ ਵੀ ਨਾ ਤੇ ਉਹ ਬੱਚਾ ਨਾ ਹੋਣ ਦਿਓ। ਤੁਸੀਂ ਇਹਦੇ ਵਿੱਚ ਆਪਣੇ ਆਪ ਨੂੰ ਸਾਰੇ ਤੁਸੀਂ ਅਮਰੀਕਾ ਆ ਗਏ ਹੋ। ਹੁਣ ਸਾਡੀ ਇੱਕ ਕਮਲਾ ਹੈਰਿਸ ਹੈ। He has married a man who had 2 ਬੱਚੇ ਹੈਗੇ ਸਨ ਉਹਦੇ। ਠੀਕ ਹੈ। ਕਿਹਦੀ ਹਾਈਟ ਤੇ ਪਹੁੰਚੀ ਹੈ। ਬਹੁਤ ਵਧੀਆ ਜੀ ਥੈਂਕ ਹਾਂ ਤੇ ਇਸ ਕਰਕੇ ਆਪਣੇ ਆਪ ਨੂੰ ਸਟਰੋਂਗ ਕਰੋ। ਆਪਣੇ ਆਪ ਨੂੰ ਉਹਦੇ ਨਾਲ ਜੇ ਤੁਹਾਨੂੰ ਚੰਗਾ ਲੱਗਦਾ ਤੇ ਉਹਦੇ ਨਾਲ ਉਸ ਹਿਸਾਬ ਨਾਲ ਤੁਸੀਂ ਇਸ ਵਕਤ ਇਹ ਨਾ ਸੋਚੋ ਦੁਨੀਆ ਕੀ ਕਹੇਗੀ। ਲੋਗੋਂ ਕੋ ਕੰਮ ਤਾਂ ਹੈ ਕਹਿਣਾ ਕੁਛ ਨਾ ਕੁਛ ਬੋਲਣਾ ਪਰ ਆਪਣੀ ਫਾਈਨੈਂਸ਼ੀਅਲ ਸਟੇਬਿਲਿਟੀ ਨੂੰ ਜ਼ਰੂਰ ਮੇਨਟੇਨ ਕਰੋ। ਉਹ ਜੇ ਤੁਸੀਂ ਉਹ ਨਾ ਕਿਸੇ ਹਾਲਤ ਤੇ ਖੋ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ।
ਨੈਕਸਟ ਪੁੱਛਦੇ ਹਾਂ ਸਾਰਿਆਂ ਨੂੰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਜੀ? ਮੇਰਾ ਨਾਮ ਚਰਨਜੀਤ ਹੈ। ਹਾਂਜੀ, ਤੇ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਪਹਿਲੀ ਗੱਲ ਤੇ ਇਹ ਹੈ ਕਿ ਮੇਰਾ ਨਹੀਂ ਖਿਆਲ ਕਿ ਉਹਨਾਂ ਨੇ ਭੈਣ ਜੀ ਨੇ ਇਹ ਕਿਹਾ ਪੁੱਛਿਆ ਕਿ ਵੀ ਲੋਕੀ ਕੀ ਕਹਿਣਗੇ ਕੀ ਨਹੀਂ ਕਹਿਣਗੇ, ਤੁਹਾਡੇ ਸਰੋਤਿਆਂ ਨੇ ਆਪਣੇ ਕੋਲੋਂ ਲਾ ਦਿਆ। ਤੇ ਪਰ ਅਸਲੀ ਗੱਲ ਇਹ ਹੈ ਕਿ ਜਿਹੜੀ ਫਰੈਂਡਸ਼ਿਪ ਦੀ ਗੱਲ ਹੈ, ਇਹ ਫਰੈਂਡਸ਼ਿਪ ਨੂੰ ਕਹਿਣ ਦੀ ਗੱਲ ਹੁੰਦੀ ਹੈ। ਫਰੈਂਡਸ਼ਿਪ ਜ਼ਿਆਦਾ ਦੇਰ ਚੱਲਦੀ ਨਹੀਂ ਹੁੰਦੀ। ਅੱਜ ਬੈਠ ਕੇ ਵੀ ਜੇਕਰ ਇਹ ਕਹੇਗੀ ਵੀ ਅਸੀਂ ਖਾਲੀ ਐਸੇ ਫਰੈਂਡਸ਼ਿਪ 'ਚ ਰਹਿਣਾ, ਆਫਟਰ ਅ ਵਾਈਲ ਹੀ ਇਜ਼ ਗੋਇੰਗ ਟੂ ਬੈਕ ਟੂ ਬੀ ਫਿਜ਼ੀਕਲ। ਓਕੇ, ਉਹਨਾਂ ਨੇ ਪਹਿਲੇ ਹੀ ਕਿਹਾ, ਸੌਰੀ ਚਰਨਜੀਤ ਜੀ, ਉਹਨਾਂ ਦੇ ਸਵਾਲ ਵਿੱਚ ਇਹ ਸੀਗਾ ਕਿ ਮੈਂ ਸੁਸਾਇਟੀ ਇਸ ਤਰ੍ਹਾਂ ਦੇਖਦੀ ਹੈ ਵੈਨ ਆਈ ਐਮ ਅ ਸਿੰਗਲ ਮਮ, ਯੂ ਨੋ, ਸੋ ਮੈਂ ਉਸ ਤਰ੍ਹਾਂ ਮੈਨੂੰ ਡਿਸੀਜਨ। ਐਂਡ ਦੂਸਰਾ ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਨੇ, ਉਹ ਖਾਲੀ ਫਰੈਂਡਸ਼ਿਪ ਦੀ ਗੱਲ ਨਹੀਂ ਕਰ ਰਹੇ। ਹਾਂਜੀ, ਤੇ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਇਹ ਹੈ ਕਿ ਦੇਖੋ ਜੇਕਰ ਉਹ ਲਿਵਿੰਗ ਰਿਲੇਸ਼ਨਸ਼ਿਪ 'ਚ ਰਹੋਗੇ, ਉਸ ਬੰਦੇ ਨੂੰ ਪੁੱਛੋ ਕਿ ਉਹਨੇ ਵਿਆਹ ਕਰਵਾਉਣ ਦਾ ਉਹਦਾ ਹੈਗਾ ਇਰਾਦਾ ਕਿ ਨਹੀਂ। ਜੇ ਉਹਨੇ ਵਿਆਹ ਕਰਵਾਉਣਾ ਚਾਹੁੰਦਾ ਤੇ ਫਿਰ ਇਹਦੇ ਵਿੱਚ ਲਿਵਿੰਗ ਰਿਲੇਸ਼ਨਸ਼ਿਪ 'ਚ ਫਿਰ ਕੁਝ ਹੋ ਹੀ ਨਹੀਂ ਸਕਦਾ। ਠੀਕ ਹੈ, ਦੂਸਰੇ ਬੰਦੇ ਨੂੰ ਤੁਸੀਂ ਦੇਖਣਾ ਨਾ। ਤੇ ਬਾਕੀ ਜਿਹੜੇ ਫਰੈਂਡਸ਼ਿਪ ਵਗੈਰਾ ਹੈਗੀ ਹੈ, ਇਹ ਜ਼ਿਆਦਾਤਰ ਨਹੀਂ ਚੱਲਦੀ ਹੁੰਦੀ। ਤੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਚੱਲਦਾ ਰਹੇ, ਏਦਾਂ ਨਹੀਂ ਹੋਏਗਾ ਕਿ ਅਲਟੀਮੇਟਲੀ ਹੀ ਹੈਜ਼ ਟੂ ਗੈਟ ਮੈਰਿਡ। ਤੇ ਜੇਕਰ ਉਹ ਇੱਥੇ ਫਰੈਂਡਸ਼ਿਪ ਵੀ ਰੱਖੇਗਾ ਤਾਂ ਆਪਣੀ ਮੈਰਿਜ ਖਰਾਬ ਹੋਏਗੀ। ਸੋ ਇਹ ਤਾਂ ਹੀ ਹੋ ਸਕਦਾ ਕਿ ਜੇਕਰ ਤੁਸੀਂ ਮਤਲਬ ਕਿ ਇਸ ਵੇਲੇ ਮੈਰਿਜ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ, ਇਹ ਤੁਹਾਡੇ ਵੀ ਬੈਨੀਫਿਟ ਵਿੱਚ ਰਹੇਗਾ, ਉਹਦੇ ਵੀ ਬੈਨੀਫਿਟ ਵਿੱਚ ਹੋਏਗਾ। ਖਾਲੀ ਇੱਕ ਗੱਲ ਹੈ ਕਿ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਉਹ ਨਹੀਂ ਮਿਲੇਗੀ। ਦੂਸਰੀ ਗੱਲ ਹੈ ਕਿ ਜੇਕਰ ਤੁਸੀਂ ਕਹੋ ਕਿ ਹੁਣ ਏਦਾਂ ਹੀ ਚੱਲਣ ਦਿਓ, ਮੈਂ ਬਾਅਦ 'ਚ ਵਿਆਹ ਕਰਾ ਲਾਂਗੀ, ਬਾਅਦ 'ਚ ਪਤਾ ਨਹੀਂ 10 ਸਾਲ ਬਾਅਦ ਕੀ ਹੁੰਦਾ। ਕਿਉਂਕਿ ਉਸ ਵੇਲੇ ਦੇ ਬੱਚੇ ਜਿਹੜੇ ਅੱਜ 7 ਸਾਲ ਦੇ ਨੇ, ਉਹ 18 ਸਾਲ ਦੇ ਹੋਣਗੇ, ਉਹਨਾਂ ਨੂੰ ਇਹ ਚੀਜ਼ ਐਕਸੈਪਟੇਬਲ ਹੋਏਗੀ ਕਿ ਨਹੀਂ ਹੋਏਗੀ। ਇਹ ਜਿਹੜਾ ਡਿਸੀਜਨ ਹੈ ਪਿਓਰਲੀ ਇਹਨਾਂ ਦੀ ਪ੍ਰਾਇੋਰਟੀ ਤੇ ਹੈ। ਜੇਕਰ ਪ੍ਰਾਇੋਰਟੀ ਬੱਚਿਆਂ ਦੀ ਫਾਈਨੈਂਸ਼ੀਅਲ ਸੇਫਟੀ ਵਾਸਤੇ ਹੈ, ਦੇ ਸ਼ੁਡ ਸਟਾਪ ਐਵਰੀਥਿੰਗ right there on the other side and continue. ਜੇਕਰ ਮਤਲਬ ਕਿ ਉਹ ਪ੍ਰਾਇੋਰਟੀ ਨਹੀਂ ਹੈ, she should just get married, get over with it. ਬਾਕੀ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ ਔਰ ਜ਼ਿਆਦਾ they won't last long. ਸੋ ਇਹ ਗੱਲ ਹੈ। ਠੀਕ ਹੈ, ਬਹੁਤ ਵਧੀਆ ਜੀ, ਥੈਂਕ ਯੂ ਫॉर योर ਕਾਲ। ਮੈਂ ਇਹਨਾਂ ਨੂੰ ਪੁੱਛਦੀ ਇਹਨਾਂ ਦਾ ਕੀ ਕਹਿਣਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। कौन बोल रहे हो जी? टीवी तो प्लीज परे हो जाओ, दसो की कहंदे हो? इसका बंद कर दे, बंद कर दे। हाँ जी, कौन बोल रहे हो जी? ਅਸੀਂ ਐਲੇ ਤੋਂ ਬੋਲਦੇ ਆ ਜੀ, ਹਰੀਰਾਮ ਸਾਹਿਬ ਦਾ ਸਰਪੰਚ ਬੋਲਦਾ ਜੀ। ਠੀਕ ਹੈ ਜੀ, ਦੱਸੋ, ਸਵਾਗਤ ਹੈ। हाँ जी, हाँ जी। ਉਹਨੂੰ ਵਿਆਹ नहीं कराना चाहिए जी। अच्छा जी, ठीक है। हाँ जी, हाँ जी। यार उसके बच्चे हैं तो अभी नहीं कराना चाहिए ब्याह उसको। अच्छा, हाँ, हमारा तो ऐसा ही है जी उसको। ठीक है, सो बहुत वधिया जी, यही कहना सी तुसी? ਐਲੇ ਤੋਂ ਬੋਲਦੇ ਆ ਜੀ, ਹਰੀਰਾਮ ਸਾਹਿਬ ਦਾ ਸਰਪੰਚ ਜੀ। हाँ जी, हाँ जी, ठीक है, ਅਸੀਂ ਸਮਝ ਗਏ। ਸੋ ਇਹੀ ਕਹਿਣਾ ਸੀ ਤੁਸੀਂ ਕਿ ਵਿਆਹ ਨਹੀਂ ਕਰਾਉਣਾ ਚਾਹੀਦਾ ਤੇ ਉਹ ਬੱਚਿਆਂ ਦੀ ਜਿਹੜੀ ਸਿਕਿਉਰਿਟੀ ਹੈਗੀ ਹੈ ਫਾਈਨੈਂਸ਼ੀਅਲੀ ਉਹ ਰੱਖਣ। ਹਾਂ, ਉਹਨਾਂ ਦੀ ਕੀ ਦੇਖਭਾਲ ਕਰਨ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਸਾਰਿਆਂ ਦਾ ਤਕਰੀਬਨ ਜਵਾਬ ਜਿਹੜਾ ਹੈ ਉਹ ਮੋਸਟਲੀ ਇੱਕ ਤਾਂ ਜੋ ਸਮਝ ਆ ਰਹੀ ਹੈ ਕਿ ਧਿਆਨ ਬੱਚਿਆਂ ਤੇ ਰਹੇ, ਤੁਹਾਡੇ ਆਪਣੇ ਆਪ ਤੇ ਰਹੇ, ਤੁਹਾਡੀ ਸਿਕਿਉਰਿਟੀ ਤੇ ਰਹੇ। ਫਾਈਨੈਂਸ਼ੀਅਲ ਸਾਰਿਆਂ ਨੇ ਕਾਫੀ ਟੂ ਬੀ ਓਨੈਸਟ ਮੈਂ ਐਕਸਪੈਕਟ ਨਹੀਂ ਕਰ ਰਹੀ ਸੀ ਕਿ ਸਾਰੇ ਇੰਨਾ ਯੂਨਾਨਿਮਸਲੀ, ਜ਼ਿਆਦਾਤਰ ਇੱਕ ਦੋ ਕਾਲਰਸ ਨੇ ਜਿਨ੍ਹਾਂ ਨੇ ਅਲੱਗ ਦੱਸਿਆ, ਬਟ ਮੋਸਟਲੀ ਸਾਰੇ ਹੀ ਕਹਿ ਰਹੇ ਸੀ ਕਿ ਜਿਹੜੀ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਉਹਨੂੰ ਤੁਸੀਂ ਪ੍ਰਾਇਰਟੀ ਦਿਓ, ਕਿਉਂਕਿ ਤੁਸੀਂ ਕੰਫਰਟੇਬਲ ਹੋ। ਇੱਕ ਵਾਰੀ ਤੁਸੀਂ ਇੰਨੇ ਕੰਫਰਟੇਬਲ ਤੋਂ ਬਾਅਦ ਅਗਰ ਉਹ ਸਾਰੀ ਚੀਜ਼ ਛੋੜ ਦੋਗੇ ਤੇ ਇਟ ਮਾਈਟ ਬੀ ਡਿਫਿਕਲਟ। ਐਂਡ ਦੂਸਰਾ ਜੋ ਇੱਕ ਸੁਸਾਇਟੀ ਦੇ ਬਾਰੇ ਸੋਚ ਕੇ ਕਿਸੇ ਨੇ ਕਿਹਾ, ਉਹਨਾਂ ਨੇ ਸਵਾਲ ਨਹੀਂ ਕੀਤਾ, ਡੈਫੀਨੇਟਲੀ ਉਹਨਾਂ ਦੇ ਸਵਾਲ ਵਿੱਚ ਇਹ ਸੀਗਾ
ਕਿ ਮੈਨੂੰ ਸੁਸਾਇਟੀ ਪਿੱਛੇ ਕੀ ਕਰਨਾ ਚਾਹੀਦਾ, ਮੈਨੂੰ ਠੀਕ ਲੱਗ ਰਿਹਾ। ਅਸੀਂ ਖਾਸ ਤੌਰ 'ਤੇ ਕੋਵਿਡ ਦੇ ਟਾਈਮ 'ਤੇ ਰਿਅਲਾਈਜ਼ ਕੀਤਾ ਕਿ ਅਸੀਂ ਇੱਕ ਦੂਜੇ ਵਾਸਤੇ ਬਹੁਤ ਅੱਛੇ ਹਾਂ, ਯੂ ਨੋ, ਪਰ ਓਵਰਆਲ ਵਿਆਹ ਕਰਾਵਾਂਗੀ ਦੈਟਸ ਅ ਬਿਗ ਹੈਸਲ, ਕਿਉਂਕਿ ਮੇਰੀ ਸਿਕਿਉਰਿਟੀ ਹੋਏ ਜਾਏਗੀ, ਜੋ ਵੀ ਮੈਨੂੰ ਮਿਲ ਰਿਹਾ ਉਹ ਜਾਏਗਾ। ਐਂਡ ਦੈਨ ਮੈਂ ਘਰ ਬਣਾ ਲਿਆ, ਮੈਂ ਸੈਟਲਡ ਹਾਂ। ਉਹ ਜਿਹੜੇ ਹੈਗੇ ਕਰੰਟਲੀ ਜਿਹੜੇ ਫਰੈਂਡ ਨੇ ਉਹ ਇੰਨੇ ਐਂਬੀਸ਼ੀਅਸ ਨਹੀਂ ਨੇ, ਬਹੁਤ ਇੰਡੀਆ ਵਿਜ਼ਿਟ ਕਰਦੇ ਨੇ, ਸੋ ਫਾਈਨੈਂਸ਼ਲੀ ਉਹ ਆਪ ਇੰਨਾ ਗਰੋ ਕਰ ਜਾਣਗੇ, ਉਹ ਦਿਖ ਨਹੀਂ ਰਿਹਾ। ਅਦਰਵਾਈਜ਼ ਹੀ ਇਜ਼ ਅ ਨਾਈਸ ਮੈਨ ਐਜ਼ ਅ ਫਰੈਂਡ। ਸੋ ਮੈਨੂੰ ਕੀ ਕਰਨਾ ਚਾਹੀਦਾ? ਮੈਂ ਉਸ ਤੋਂ ਪਹਿਲੇ ਕਹਿੰਦੇ ਨੇ ਕਿ ਇਹ ਵੀ ਦੇਖਿਆ ਕਿ ਸੁਸਾਇਟੀ ਕਿਸ ਤਰ੍ਹਾਂ ਪੇਸ਼ ਆਉਂਦੀ ਹੈ ਮੈਨੂੰ। ਸੋ ਸਾਰਿਆਂ ਦੇ ਹਿਸਾਬ ਨਾਲ ਇਟਸ ਓਕੇ ਟੂ ਲਿਵ ਯੋਰ ਲਾਈਫ ਜਿਹਦੇ 'ਚ ਤੁਹਾਨੂੰ ਖੁਸ਼ੀ ਮਿਲਦੀ ਹੈ ਔਰ ਜਿਹਦੇ 'ਚ ਤੁਸੀਂ ਬੱਚਿਆਂ ਨੂੰ ਵੀ ਯੂ ਨੋ ਪੂਰੀ ਤਰ੍ਹਾਂ ਦੇਖ ਸਕ ਰਹੇ ਹੋ। ਡੈਫੀਨੇਟਲੀ ਇਹਨਾਂ ਨੇ ਕਿਹਾ ਸੀ ਕਿ ਮੈਂ ਬੱਚਿਆਂ ਨਾਲ ਓਨੈਸਟ ਹੋ ਕੇ ਬਿਲਕੁਲ ਉਹਨਾਂ ਨੂੰ ਸਹੀ ਪੋਜੀਸ਼ਨ ਦੱਸਾਂਗੀ ਅਗਰ ਮੈਂ ਲਿਵ ਇਨ 'ਚ ਰਹੀ। ਐਂਡ ਸਾਰਿਆਂ ਨੇ ਇਹ ਜ਼ਰੂਰ ਯਾਦ ਕਰਾਇਆ ਕਿ ਡਿਸੀਜਨ ਦੋਨੋਂ ਵੱਲੋਂ ਹੋਣਾ ਚਾਹੀਦਾ। ਇਸ ਪਿੱਛੇ ਬੜੇ ਓਪਨਲੀ ਟੈਲ ਦ ਪਾਰਟਨਰ ਕਿ ਦਿਸ ਇਜ਼ ਵਾਟ ਆਈ ਐਮ ਥਿੰਕਿੰਗ, ਆਈ ਐਮ ਨਾਟ ਥਿੰਕਿੰਗ ਆਫ ਮੈਰਿਜ। ਅਗਰ ਤੁਸੀਂ ਮੈਰਿਜ ਦੇ ਬਾਰੇ ਸੋਚ ਰਹੇ ਹੋ ਦੈਨ ਗੋ ਅਹੈਡ, ਯੂ ਨੋ, ਮੂਵ ਔਨ। ਪਰ ਅਗਰ ਤੁਹਾਨੂੰ ਵੀ ਇਹ ਕੰਫਰਟੇਬਲ ਹੈ, ਤੁਹਾਨੂੰ ਵੀ ਇਹ ਸਿਸਟਮ ਜਿਹੜਾ ਜੋ ਹੈ ਉਹ ਠੀਕ ਹੈ, ਦੈਨ ਇਟਸ ਓਕੇ ਵਿਦ ਮੀ। ਸੋ ਸਾਰਿਆਂ ਨੇ ਇਹ ਕਿਹਾ ਕਿ ਸੁਸਾਇਟੀ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਦੇਖੋ ਕਿ ਕੀ ਤੁਹਾਨੂੰ ਇਸ ਵੇਲੇ ਕੰਫਰਟੇਬਲ ਲੱਗ ਰਿਹਾ ਐਂਡ ਹੱਥ ਵਿੱਚ ਆਈ ਹੋਈ ਚੀਜ਼ ਜਿਹੜੀ ਕਿ ਯੂ ਨੋ ਫਾਈਨੈਂਸਿਸ ਤੁਹਾਨੂੰ ਹੈਲਪ ਮਿਲ ਰਹੀ ਹੈ, ਫਾਈਨੈਂਸ਼ੀਅਲ ਹੈਲਪ ਮਿਲ ਰਹੀ ਹੈ ਕੰਪਨੀ ਵੱਲੋਂ, ਉਹਨੂੰ ਬਿਨਾਂ ਕਿਸੇ ਯੂ ਨੋ ਇਕੁਅਲੈਂਟ ਕੋਈ ਐਸੀ ਗਰੰਟੀ ਦਿਓ, ਤੁਸੀਂ ਉਹਨੂੰ ਗਿਵ ਅਪ ਨਾ ਕਰੋ। ਸੋ ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਧੰਨਵਾਦ ਕਿ ਕਈ ਚੀਜ਼ਾਂ ਲਿਆਂਦੇ ਹੋਏ ਮੈਂ ਸੱਚੀ ਦੱਸਾਂ ਤਾਂ ਮੈਂ ਥੋੜ੍ਹੀ ਨਰਵਸ ਹੁੰਦੀ ਹਾਂ ਕਿ ਇਸ ਚੀਜ਼ ਬਾਰੇ ਦੱਸਾਂ। ਐਂਡ ਸਿਮਿਲਰ ਕੁਐਸਚਨਸ ਮੈਨੂੰ ਲੱਗਦਾ ਕਿ 10 ਸਾਲ ਪਹਿਲੇ ਅਸੀਂ ਪੁੱਛਦੇ ਸੀ ਤੇ ਇਸ ਤੋਂ ਵੀ ਜ਼ਿਆਦਾ ਨਰਵਸ ਹੁੰਦੀ ਸੀ ਕਿ ਹਾਂ ਪੁੱਛਾਂਗੀ ਫਿਰ ਸਾਰੇ ਕੀ ਕਹਿਣਗੇ, ਔਰ ਹੁੰਦਾ ਵੀ ਸੀ ਯੂ ਨੋ ਕੋਈ ਕੁਛ ਕਹਿ ਰਿਹਾ ਹੈ, ਕੋਈ ਕਾਫੀ ਪਰ ਮੈਂ ਆਈ ਐਮ ਰੀਅਲੀ ਗਲੈਡ ਟੂ ਸੀ ਕਿ ਅਸੀਂ ਸਾਰੇ ਇੱਕ ਚੀਜ਼ ਨੂੰ ਡੈਫੀਨੇਟਲੀ ਐਪਰੀਸ਼ੀਏਟ ਕਰਦੇ ਹਾਂ ਕਿ ਅਸੀਂ ਚੇਂਜ ਹੋਣ ਨੂੰ ਤਿਆਰ ਹਾਂ। ਜ਼ਿੰਦਗੀ ਚੇਂਜ ਕਹਿੰਦੇ ਨਾ ਕਿ ਨਥਿੰਗ ਇਜ਼ ਪਰਮਾਨੈਂਟ, ਚੇਂਜ ਹੀ ਹੈ ਜਿਹੜਾ ਪਰਮਾਨੈਂਟ ਹੈ। ਸੋ ਵੀ ਆਲ ਆਰ ਰੈਡੀ ਟੂ ਮੂਵ ਵਿਚ ਇਜ਼ ਅ ਗੁੱਡ ਥਿੰਗ। ਔਰ ਇੱਕ ਇੰਡੀਵਿਜੂਅਲ ਕੇਸ ਵਾਸਤੇ ਸਪੈਸ਼ਲੀ ਕਿ ਇੰਨੇ ਹਾਰਸ਼ ਐਂਡ ਉਹ ਨਾ ਹੋ ਜਾਈਏ ਕਿ ਹਾਂ ਬਸ ਇੰਝ ਹੈ ਅਤੇ ਇੰਝ ਹੀ ਹੋਣਾ ਚਾਹੀਦਾ, ਕਿ ਇਸ ਕੇਸ ਦੇ ਵਿੱਚ ਇੰਝ ਠੀਕ ਲੱਗ ਰਿਹਾ ਤੇ ਦਿਸ ਇਜ਼ ਆਰ ਡਿਸੀਜਨ। ਸੋ ਐਵਰੀਬਡੀ ਥੈਂਕ ਯੂ ਸੋ ਮਚ। I am really you know from the bottom of my heart I am saying ਕਿ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਮੰਚ ਨੂੰ ਇਸ ਤਰ੍ਹਾਂ ਦਾ ਮੌਕਾ ਦੇ ਰਹੇ ਹੋ ਕਿ ਇਹ ਡਿਸਕਸ਼ਨਸ ਹੋ ਸਕਦੀਆਂ। ਐਂਡ ਥੈਂਕ ਯੂ ਕਿ ਇਹ ਜਿਹੜੇ ਸਾਡੇ ਇਸ ਤਰ੍ਹਾਂ ਦੇ ਸਵਾਲ ਸਾਨੂੰ ਕਰ ਰਹੇ ਨਾ ਉਹਨਾਂ ਨੂੰ ਤੁਸੀਂ ਕੰਫਰਟੇਬਲ ਵੀ ਕਰ ਰਹੇ ਹੋ, ਨਹੀਂ ਤਾਂ ਕਿਉਂ ਪੁੱਛਣਗੇ ਸਾਨੂੰ ਸਾਰੇ। ਸੋ once again thank you and ਅੱਜ ਵਾਸਤੇ ਇੰਨਾ ਹੀ। ਸਤਿ ਸ਼੍ਰੀ ਅਕਾਲ।